जी गुड मॉर्निंग टू एवरीवन। Good morning, everyone present in my front. Respected you, all the district education officers and school heads of plus two schools. A very very good morning to all of you. ਸਰ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਕਿ ਸਾਡੇ ਜਿਹੜੇ ਕੋਵਿਡ-19 ਨੂੰ ਲੈ ਕੇ ਅਸੀਂ ਥੋੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮਾਈਸੈਲਫ ਡਾਕਟਰ ਗੁਰਮੀਤ ਕੌਰ ਡਿਪਟੀ ਸੈਕਟਰੀ ਮੈਟ੍ਰਿਕ and I am going to introduce you to all my colleagues present here. ਤੁਹਾਡੀ ਜਾਣਕਾਰੀ ਲਈ ਕਿ ਅਸੀਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਕਿ ਸਾਡੇ ਜਿਹੜੇ ਦਸੰਬਰ ਦੇ ਵਿੱਚ ਫਸਟ ਟਰਮ ਦੇ ਐਗਜ਼ਾਮਸ ਅਸੀਂ ਲੈ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਵੀ ਤੁਹਾਡੀ ਕੋਈ ਕੁਐਰੀਜ਼ ਹੈ ਜਾਂ ਸਾਡੇ ਵੱਲੋਂ ਕੋਈ ਤੁਹਾਨੂੰ ਇੰਟਰੋਡਿਊਸ ਕੀਤਾ ਜਾਣਾ ਕੁਝ ਦੱਸਿਆ ਜਾਣਾ ਉਸ ਸੰਬੰਧੀ ਅਸੀਂ ਅੱਜ ਇਕੱਠੇ ਹੋਏ ਹਾਂ ਤੇ ਤੁਹਾਡਾ ਸਾਰਿਆਂ ਦਾ ਇੱਥੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੋਡਿਊਸ ਕਰਾ ਦਿੰਨੀ ਆ। ਸਭ ਤੋਂ ਪਹਿਲਾਂ ਸਾਡੇ ਕੰਟਰੋਲਰ ਐਗਜ਼ਾਮੀਨੇਸ਼ਨ ਸ਼੍ਰੀ ਜਨਕਰਾਜ ਮਹਿਰੋਕ ਜੀ, ਇਹ ਓਵਰਆਲ ਸਾਡੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਜਿਹੜੇ ਕਿ ਸਾਡੇ ਵਿੱਚ ਬੈਠੇ ਨੇ। ਇਸ ਤੋਂ ਨਾਲ ਜਿਹੜੇ ਸ਼੍ਰੀ ਮਨਮੀਤ ਸਿੰਘ ਜੀ ਭੱਠਲ ਡਿਪਟੀ ਸੈਕਟਰੀ ਪਲੱਸ 2 ਐਂਡ ਕੰਡਕਟ ਇਹਦੇ ਨਾਲ ਸੰਬੰਧਿਤ ਜਾਣਕਾਰੀ ਸਾਨੂੰ ਮੁਹੱਈਆ ਕਰਾਉਣਗੇ। ਨਾਲ ਹੀ ਸਾਡੇ ਸਹਾਇਕ ਸਕੱਤਰ ਸ਼੍ਰੀ ਗੁਰਪ੍ਰੇਮ ਸਿੰਘ ਜੀ ਬੈਠੇ ਹੈ ਜੋ ਕਿ ਕੰਡਕਟ ਦੇ ਸਹਾਇਕ ਸਕੱਤਰ ਨੇ ਤੇ ਸਾਰੀ ਜਾਣਕਾਰੀ ਉਸ ਸੰਬੰਧੀ ਤੁਹਾਨੂੰ ਦੇਣਗੇ। ਮੇਰੇ ਕੰਟਰੋਲਰ ਐਗਜ਼ਾਮੀਨੇਸ਼ਨ ਸਰ ਦੇ ਲੈਫਟ ਸਾਈਡ ਤੇ ਬੈਠੇ ਰਾਈਟ ਸਾਈਡ ਤੇ ਬੈਠੇ ਨੇ ਮੈਡਮ ਸ਼੍ਰੀਮਤੀ ਸੀਮਾ ਚਾਵਲਾ ਜੀ ਜੋ ਕਿ ਐਕੈਡੈਮਿਕ ਬ੍ਰਾਂਚ ਵੱਲੋਂ ਤੁਹਾਨੂੰ ਆਪਣੀ ਜਿਹੜੀ ਜਾਣਕਾਰੀ ਦੇਣਗੇ। ਸੋ ਜਿਹੜੇ ਅਸੀਂ ਫਸਟ ਟਰਮ ਦੇ ਐਗਜ਼ਾਮਸ ਲੈ ਰਹੇ ਹਾਂ ਉਹਦੇ ਵਿੱਚ ਅਸੀਂ 5th 8th 10th ਔਰ ਪਲੱਸ 2 ਦੇ ਐਗਜ਼ਾਮ ਲੈ ਰਹੇ ਹਾਂ। ਇਸ ਦੇ ਵਿੱਚ ਜੋ ਵੀ ਇਹਦੀ ਰੂਪਰੇਖਾ ਜੋ ਵੀ ਇਸ ਦੀ ਪਾਲਿਸੀ ਹੈ ਕਿੰਨੇ ਕੁਐਸਚਨ ਹੋਣਗੇ ਕੀ ਟਾਈਮਿੰਗਸ ਹੋਣਗੇ ਕਿਸ ਤਰ੍ਹਾਂ ਦੀ ਵਿਧਾਨ ਵਿਧੀ ਹੋਏਗੀ ਇਸ ਸੰਬੰਧੀ ਤੁਹਾਨੂੰ ਸਾਰੀ ਪਾਲਿਸੀ ਜਿਹੜੀ ਹੈ ਉਹ ਐਕੈਡੈਮਿਕ ਸਾਈਡ ਤੋਂ ਜਿਹੜੀ ਉਹ ਦੱਸੀ ਜਾਏਗੀ। ਔਰ ਇਸ ਤੋਂ ਇਲਾਵਾ ਕੋਈ ਕੰਡਕਟ ਨਾਲ ਡੇਟ ਸ਼ੀਟ ਨਾਲ ਜੇ ਕੋਈ ਕੁਐਰੀ ਹੈ ਤਾਂ ਉਹ ਤੁਹਾਡੀ ਸਾਡੀ ਕੰਡਕਟ ਬ੍ਰਾਂਚ ਜਿਹੜੀ ਉਹ ਦੱਸੇਗੀ। ਤੇ ਆਈ ਵੈਲਕਮ ਯੂਅਰ ਕੁਐਰੀਜ਼। ਨਾਓ ਯੂ ਕੈਨ if any query with you. ठीक है सर, क्वेरी जी है तुसी मेरे फ़ोन नंबर ते दिओगे। राइट डाउन द फ़ोन नंबर प्लीज़ 9501033788। ਥੈਂਕ ਯੂ ਡਾਕਟਰ ਗੁਰਮੀਤ, ਤੁਸੀਂ ਸੌਰੀ ਸਰ ਸਾਡੇ ਸਾਰੇ ਬੋਰਡ ਅਧਿਕਾਰੀਆਂ ਦੇ ਨਾਲ ਤੁਸੀਂ ਜਾਣ ਪਛਾਣ ਕਰਾਈ ਹੈ। ਮੈਂ ਵੀ ਸਾਡੇ ਸਾਰੇ ਸਕੂਲ ਮੁਖੀਆਂ ਡੀਓ ਸਾਹਿਬਾਨ ਤੇ ਸਾਰਾ ਜਿੰਨਾ ਵੀ ਸਾਡੇ ਪੰਜਾਬ ਦਾ ਇਸ ਟਾਈਮ ਸਿੱਖਿਆ ਵਿਭਾਗ ਤੇ ਵੱਖ-ਵੱਖ ਅਧਿਕਾਰੀ ਕਰਮਚਾਰੀ ਜਿਹੜੇ ਵੀ ਇੱਥੇ ਸਾਡੇ ਨਾਲ ਸ਼ਮੂਲੀਅਤ ਹੋ ਰਹੀ ਮੈਂ ਉਹਨਾਂ ਦਾ ਵੈਲਕਮ ਕਰਦਾ। ਸਾਡਾ ਇੱਕੋ ਹੀ ਅੱਜ ਦਾ ਮਕਸਦ ਹੈ ਕਿ ਖੇਤਰ ਦੇ ਵਿੱਚ ਇਹ ਕਿਊਰੀਜ਼ ਤੁਹਾਡੀਆਂ ਜਿਹੜੀਆਂ ਨੇ ਉਹ ਪੇਪਰਾਂ ਦੇ ਵਿੱਚ ਜਿੰਨੀਆਂ ਵੀ ਹੋਣ ਅਸੀਂ ਉਹਨੂੰ ਕਿਸੇ ਰੂਪ ਵਿੱਚ ਅੱਜ ਨਜਿੱਠ ਸਕੀਏ। ਸਭ ਤੋਂ ਪਹਿਲਾਂ ਮੈਂ ਸਾਡੇ ਮੈਡਮ ਡਿਪਟੀ ਸੈਕਟਰੀ ਅਮਰਜੀਤ ਕੌਰ ਦਾਲਮ ਜੁਆਇਨ ਕੀਤੇ ਨੇ ਪੇਪਰਾਂ ਦੇ ਕਰਾਉਣ ਉੱਤੇ 5ਵੀਂ 8ਵੀਂ 10ਵੀਂ 12ਵੀਂ ਦੇ ਕਿਉਂਕਿ ਆਬਜੈਕਟਿਵ ਟਾਈਪ ਪੇਪਰ ਨੇ ਉਹ ਕੀ ਨੀਤੀ ਹੋਏਗੀ। ਸਭ ਤੋਂ ਪਹਿਲਾਂ ਮੈਂ ਮੈਡਮ ਅਮਰਜੀਤ ਕੌਰ ਦਾਲਮ ਨੂੰ ਬੇਨਤੀ ਕਰਾਂਗਾ ਕਿ ਉਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਨ ਤੇ ਮੈਂ ਆਪ ਜੀ ਨੂੰ ਇਹ ਵੀ ਜਾਣਕਾਰੀ ਦੇਣਾ ਚਾਹਾਂਗਾ ਕਿ ਅਕੈਡਮਿਕ ਵੱਲੋਂ ਮੈਡਮ ਜੋ ਡਿਪਟੀ ਸੈਕਟਰੀ ਆਪਣੇ ਵੱਲੋਂ ਤੁਹਾਨੂੰ ਸੰਬੋਧਨ ਕਰਕੇ ਆਪ ਦੀ ਨੀਤੀ ਤੁਹਾਡੇ ਨਾਲ ਸਾਂਝੀ ਕਰ ਲੈਣਗੇ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਤੁਸੀਂ ਜਿਹੜੇ ਵੀ ਕਿਊਰੀਜ਼ ਹੋਣ ਉਹਨਾਂ ਨੂੰ ਅਗਰ WhatsApp ਮੈਸੇਜ ਆ ਸਕਦਾ ਹੈ ਤਾਂ ਬੈਟਰ ਹੋਏਗਾ ਕਿ ਜਿਹੜਾ ਡਾਕਟਰ ਗੁਰਮੀਤ ਸਾਡੇ ਡਿਪਟੀ ਸੈਕਟਰੀ ਨੇ ਤੁਹਾਨੂੰ ਨੰਬਰ ਸਾਂਝਾ ਕੀਤਾ ਹੈ ਉਹਦੇ ਤੇ ਆਪਣਾ ਸਕੂਲ ਦਾ ਨਾਮ ਸਕੂਲ ਮੁਖੀ ਦਾ ਨਾਮ ਆਪਣਾ ਮੋਬਾਈਲ ਨੰਬਰ ਤੇ ਕੁਐਸਚਨ ਕਲਾਸ ਵਾਈਜ਼ ਬਣਾ ਕੇ ਉਹ ਉਹਦੇ WhatsApp ਭੇਜੋ ਤਾਂ ਜੋ ਅਸੀਂ ਉਹਨਾਂ ਨੂੰ ਬੋਲਣ ਤੋਂ ਬਾਅਦ ਤੁਹਾਡਾ ਉੱਤਰ ਉਸ WhatsApp ਨੂੰ ਪੜ੍ਹਨ ਤੋਂ ਬਾਅਦ ਦੇ ਸਕੀਏ। ਤੇ ਹੁਣ ਮੈਂ ਆਪਣਾ ਡਾਕਟਰ ਅਮਰਜੀਤ ਕੌਰ ਦਾਲਮ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ
ਅਕੈਡਮਿਕ ਨੀਤੀ ਪ੍ਰੀਖਿਆ ਦੇ ਸੰਬੰਧੀ ਤੁਹਾਡੇ ਨਾਲ ਸਾਂਝੀ ਕਰਨ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮਤਲਬ ਟਰਮ 1 ਦੀ ਪ੍ਰੀਖਿਆ ਜਿਹੜੀ ਅਸੀਂ ਆਪਾਂ ਲੈਣ ਜਾ ਰਹੇ ਹਾਂ, ਬੋਰਡ ਲੈਣ ਜਾ ਰਿਹਾ, ਉਹਦਾ 5ਵੀਂ ਵਾਸਤੇ ਸਿਰਫ ਅਸੀਂ 5 ਮੇਨ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਲੈ ਰਹੇ ਹਾਂ, ਔਰ ਉਹ ਵੀ 3 ਦਿਨਾਂ 'ਚ ਲੈ ਰਹੇ ਹਾਂ। ਉਹ ਇਸ ਕਰਕੇ ਕਿਉਂਕਿ ਕੋਵਿਡ ਦੇ ਕਾਰਨ ਕਿ ਬੱਚੇ ਘੱਟ ਤੋਂ ਘੱਟ ਮਤਲਬ ਸਕੂਲ ਬਾਹਰ ਆਉਣ, ਹੋਰ ਜਲਦੀ ਆਪਦੀ ਪ੍ਰੀਖਿਆ ਦੇ ਕੇ ਘਰ ਵਾਪਸ ਜਾਣ। ਪਹਿਲੇ ਦਿਨ ਇਹਦੀ ਮਤਲਬ ਹਰੇਕ ਪ੍ਰੀਖਿਆ ਦਾ ਸਮਾਂ 1.5 ਘੰਟੇ ਦਾ ਹੋਵੇਗਾ। 20 ਪ੍ਰਸ਼ਨਾਂ ਦਾ ਇੱਕ ਹਰੇਕ ਸਬਜੈਕਟ ਲਈ 20 ਪ੍ਰਸ਼ਨ ਹੋਣਗੇ, ਹੋਰ ਬਹੁ ਵਿਕਲਪੀ ਹੋਣਗੇ, ਮਲਟੀਪਲ ਚੋਇਸ ਕੁਐਸਚਨਸ ਹੋਣਗੇ। OMR ਸ਼ੀਟ ਤੇ ਆਨਸਰ ਉਹਦਾ ਬੱਚਿਆਂ ਨੇ ਜਸਟ ਭਰਨਾ ਆ, ਗੋਲੇ ਲਗਾਉਣੇ ਆ। 3 ਦਿਨ ਉਹ ਤਾਂ ਨਹੀਂ ਦੱਸਣ ਦੀ ਲੋੜ ਕਿ 3 ਦਿਨਾਂ ਚ ਕਰਨਾ, ਉਹ ਦੱਸਿਆ ਕੋਈ ਨਹੀਂ, ਅਸੀਂ ਕੰਡਕਟਰ ਵੱਲੋਂ ਮੈਂ ਤੁਹਾਨੂੰ ਸਪਲੀਮੈਂਟ ਕਰ ਦਿੰਦਾ ਇਨ ਕੇਸ ਠੀਕ ਲੱਗਦਾ ਹੋਵੇ। ਹਾਂਜੀ ਡਾਕਟਰ ਅਮਰਜੀਤ ਤੁਹਾਡੇ ਕੋਲ ਸ਼ਾਇਦ ਡੇਟ ਸ਼ੀਟ ਦੀ ਕਾਪੀ ਨਹੀਂ ਹੈ, ਹਾਂ। ਕੋਈ ਨਹੀਂ, ਮੈਂ ਦੱਸ ਦਿੰਦਾ ਸਕੂਲ ਮੁਖੀਆਂ ਨੂੰ। ਹਾਂਜੀ 5ਵੀਂ ਦੇ ਪੇਪਰ 20/12/2021 ਦਿਨ ਸੋਮਵਾਰ ਤੋਂ ਸ਼ੁਰੂ ਹੋਣੇ ਨੇ, ਜਿਹੜਾ ਕਿ ਪਹਿਲੀ ਭਾਸ਼ਾ ਦਾ ਪੇਪਰ, ਮੈਂ ਦੁਬਾਰਾ ਬੋਲਦਾ ਸ਼ਾਇਦ ਆਵਾਜ਼ ਮੇਰੀ ਕਲੀਅਰ ਨਾ ਪਹੁੰਚੀ ਹੋਵੇ, ਮਾਈਕ ਮੇਰੇ ਕੋਲ ਹੁਣ ਆਇਆ ਹੈ। 20/12/2021 ਦਿਨ ਸੋਮਵਾਰ ਨੂੰ ਸਵੇਰੇ 9 ਤੋਂ ਲੈ ਕੇ 10:45 ਤੱਕ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਤੇ ਵਾਤਾਵਰਣ ਦੂਸਰਾ ਪੇਪਰ। ਕਹਿਣ ਦਾ ਮਤਲਬ ਕਿ ਇਸ ਟਾਈਮ ਦੇ ਵਿੱਚ 20/12/2021 ਨੂੰ ਸੋਮਵਾਰ ਨੂੰ 2 ਵਿਸ਼ਿਆਂ ਦੇ ਪੇਪਰ ਹੋਣੇ ਨੇ। ਇਸੇ ਤਰ੍ਹਾਂ ਅਗਲੇ ਦਿਨ 21/12/2021 ਮੰਗਲਵਾਰ ਨੂੰ ਟਾਈਮ ਉਹੀ ਰਹੇਗਾ 5ਵੀਂ ਦੇ ਲਈ, 9 ਵਜੇ ਤੋਂ ਲੈ ਕੇ 11:45 ਮਤਲਬ 10:45 ਤੱਕ। ਦੂਜੀ ਭਾਸ਼ਾ ਜਿਹੜੀ ਹੈ ਬੱਚਿਆਂ ਨੇ ਜਿਨ੍ਹਾਂ ਨੇ ਅਡਾਪਟ ਕੀਤੀ ਹੋਈ ਹੈ, ਜਿਹਦਾ ਪੰਜਾਬੀ, ਹਿੰਦੀ, ਉਰਦੂ ਤੇ ਨਾਲ ਅੰਗਰੇਜ਼ੀ ਦੇ ਤੌਰ ਤੇ ਦੂਜਾ ਵਿਸ਼ਾ ਜੀ, ਮਤਲਬ ਕਿ ਕਹਿਣ ਦਾ ਮਤਲਬ ਸਬਜੈਕਟ ਦੇ ਤੌਰ ਤੇ। ਐਂਡ ਇਸੇ ਤਰ੍ਹਾਂ ਉਸ ਤੋਂ ਤੀਜੇ ਦਿਨ ਆਖਰੀ ਜਿਹੜਾ 5ਵੀਂ ਦਾ ਪੇਪਰ ਹੋਣਾ ਹੈ ਬੁੱਧਵਾਰ ਨੂੰ 22 ਤਰੀਕ ਨੂੰ, ਟਾਈਮ ਰਹੇਗਾ 9 ਵਜੇ ਤੋਂ ਲੈ ਕੇ 10 ਵਜੇ ਤੱਕ, ਮੀਨਸ 1 ਘੰਟੇ ਦਾ ਪੇਪਰ ਹੋਏਗਾ। ਐਂਡ ਇਹ ਹੋਏਗਾ ਗਣਿਤ ਦਾ ਮਤਲਬ ਮੈਥ ਦਾ ਪੇਪਰ ਹੋਏਗਾ ਜੀ। ਔਰ ਹਰੇਕ ਵਿਸ਼ੇ ਲਈ ਪ੍ਰਸ਼ਨ ਪੱਤਰ 20 ਪ੍ਰਸ਼ਨਾਂ ਦਾ ਹੋਵੇਗਾ। ਇੱਕ ਪ੍ਰਸ਼ਨ ਦੇ 2 ਅੰਕ ਹੋਣਗੇ ਔਰ 50% ਸਿਲੇਬਸ ਦੇ ਵਿੱਚੋਂ ਲਿਆ ਜਾਏਗਾ। ਸੇਮ ਇਸੇ ਤਰ੍ਹਾਂ ਹੀ 8ਵੀਂ ਲਈ ਵੀ ਅਸੀਂ 6 ਮੇਨ ਸਬਜੈਕਟਸ ਦੀ ਪ੍ਰੀਖਿਆ 3 ਦਿਨਾਂ 'ਚ ਲੈਣੀ ਆ। ਉਹੀ ਪਹਿਲੀ ਭਾਸ਼ਾ ਗਣਿਤ, ਦੂਜੀ ਭਾਸ਼ਾ ਸਮਾਜਿਕ ਵਿਗਿਆਨ, ਅੰਗਰੇਜ਼ੀ ਤੇ ਵਿਗਿਆਨ। ਇਹਨਾਂ ਦਾ ਹਰੇਕ ਮਤਲਬ ਹਰ ਦਿਨ ਪ੍ਰੀਖਿਆ ਦਾ ਸਮਾਂ 3 ਘੰਟੇ ਦਾ ਹੋਵੇਗਾ। ਪ੍ਰਸ਼ਨ 1 ਅੰਕ ਦਾ ਹੋਵੇਗਾ। ਉਹੀ OMR ਸ਼ੀਟ ਦੇ ਵਿੱਚ ਹੀ ਅਸੀਂ ਮਤਲਬ ਆਨਸਰ ਦੇਣੇ ਬੱਚਿਆਂ ਨੇ, ਤੇ ਹਰ ਵਿਸ਼ੇ ਲਈ 40 ਪ੍ਰਸ਼ਨ ਪੁੱਛੇ ਜਾਣਗੇ। 20 ਤੋਂ 22 ਤੱਕ ਇਹ ਪ੍ਰੀਖਿਆ ਲਈ ਜਾਵੇਗੀ, 20 ਦਸੰਬਰ ਤੋਂ 22 ਦਸੰਬਰ ਤੱਕ। ਅਗਰ ਡਾਕਟਰ ਅਮਰਜੀਤ ਇਹ ਦੁਬਾਰਾ ਥੋੜਾ ਜਿਹਾ ਆਪਣੀ ਪਾਲਿਸੀ ਹੈ ਨਾ ਜੀ, ਮੈਂ ਵੈਸੇ ਤਾਂ ਅਦਰਵਾਈਜ਼ ਸਾਡੇ ਸਕੂਲ ਮੁਖੀ ਪਹਿਲਾਂ ਹੀ ਅਸੀਂ ਉਹਨਾਂ ਨੂੰ ਬੋਰਡ ਦੀ ਵੈਬਸਾਈਟ ਉੱਤੇ ਇਹ ਸਾਰੀ ਨੀਤੀ ਪਾਈ ਹੋਈ ਹੈ। ਇਹਦੇ ਲਈ ਇਨਸਟਰਕਸ਼ਨਸ ਜਿਹੜੀਆਂ ਨੇ ਉਹ ਸਾਰੀਆਂ ਕਾਫੀ ਦੇਰ ਪਹਿਲਾਂ ਦੀ ਪਾਈਆਂ ਹੋਈਆਂ ਨੇ। ਐਂਡ ਉਸ ਤੋਂ ਬਾਅਦ ਜਿਹੜੀ ਇਹਦੇ ਉੱਤੇ ਜਿਹੜੀ ਸਾਨੂੰ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਹ ਇਸ ਕਰਕੇ ਕਰ ਰਹੇ ਹਾਂ ਕਿ ਇਹਦੇ ਵਿੱਚੋਂ ਹੀ ਤੁਹਾਡੇ ਕੋਲ ਪ੍ਰਸ਼ਨ ਬਣਨੇ ਨੇ ਜਿਹੜੇ ਪੁੱਛੇ ਜਾਣੇ ਨੇ। ਐਂਡ ਜਿਹੜੀ 8ਵੀਂ ਦੀ ਹੈਗੀ ਹੈ, ਮੈਂ ਡਾਕਟਰ ਅਮਰਜੀਤ ਕੌਰ ਨੂੰ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਮਤਲਬ ਸਹਿਜ ਦੇ ਨਾਲ ਟੀਚਰਾਂ ਨਾਲ ਗੱਲ ਸਾਂਝੀ ਕਰਨ ਕਿ ਕਿੰਨੇ ਦਾ ਪ੍ਰਸ਼ਨ ਹੈ, ਕਿੰਨੇ ਪ੍ਰਸ਼ਨ ਹੋਣਗੇ, ਕਿੰਨਾ ਟਾਈਮ ਹੋਏਗਾ। ਇਹ ਪ੍ਰੋਪਰ ਜਿਹੜੇ 3-4 ਸਟੈਪ ਨੇ ਇਹ ਨੋਟ ਕਰਨੇ ਨੇ ਸਾਡੇ ਟੀਚਰਾਂ ਨੇ। ਮੇਰੀ ਇੱਕ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਇਹਨੂੰ ਥੋੜਾ ਜਿਹਾ ਦੁਬਾਰਾ 8ਵੀਂ ਵਾਲ ਨੂੰ ਰਿਪੀਟ ਕਰ ਦਿਓ ਜੀ। 6 ਮੇਨ ਸਬਜੈਕਟਸ। ਪਹਿਲੇ ਦਿਨ ਪਹਿਲੀ ਭਾਸ਼ਾ 'ਚ ਪੰਜਾਬੀ, ਹਿੰਦੀ, ਉਰਦੂ, ਗਣਿਤ, ਇਹ 2 ਪੇਪਰ ਲਏ ਜਾਣਗੇ। ਦੋਵਾਂ ਦਾ ਇਹਨਾਂ ਦਾ ਸਮਾਂ 3 ਘੰਟੇ ਦਾ ਹੋਏਗਾ। ਹੋਰ 40 ਪ੍ਰਸ਼ਨ ਇੱਕ ਵਿਸ਼ੇ ਦੇ ਹੋਣਗੇ। ਦੂਸਰੇ ਦਿਨ ਦੂਜੀ ਭਾਸ਼ਾ ਸਮਾਜਿਕ ਵਿਗਿਆਨ, ਸੇਮ 3 ਘੰਟੇ 40 ਪ੍ਰਸ਼ਨ ਇੱਕ ਵਿਸ਼ੇ ਦੇ। ਤੀਸਰੇ ਦਿਨ ਇੰਗਲਿਸ਼, ਅੰਗਰੇਜ਼ੀ ਅਤੇ ਵਿਗਿਆਨ, ਇਹਨਾਂ ਦੇ ਵੀ ਉਹੀ 3 ਘੰਟੇ
40 प्रश्न, एक विषय दे 1 नंबर दा 1 प्रश्न। OMR शीट ते ही देने आ, बहु विकल्पी होणगे। मतलब OMR शीट ते जे दो विषयां दा जिस तरह आपां पेपर लै रहे ते OMR शीट ते 1 तो 80 तक दे खाने होणगे। 40 प्रश्नां दे जवाब देण लई 1 तो 80 तक दे खाने। ठीक है सर, दैट इज इट। ਤੁਹਾਡਾ 10ਵੀਂ ਹੋ ਗਈ ਜੀ? 8ਵੀਂ ਦਾ 8ਵੀਂ ਕੋਈ ਗੱਲ ਨਹੀਂ। ਹਾਂ 8ਵੀਂ ਵਿਸ਼ੇ ਦੇ ਉੱਤੇ ਮੈਂ ਡੇਟਸ਼ੀਟ ਸਾਂਝੀ ਕਰਾਂਗਾ ਤੁਹਾਡੇ ਨਾਲ। 20 ਤਰੀਕ ਨੂੰ 20 ਤਰੀਕ ਦਸੰਬਰ ਮਹੀਨੇ ਦੀ ਦਿਨ ਸੋਮਵਾਰ, ਜਿਸ ਤਰੀਕੇ ਆਪਾਂ 5ਵੀਂ ਦਾ ਕੀਤਾ ਸੀ ਪਹਿਲੇ ਸਾਂਝਾ, 5ਵੀਂ ਤੇ 8ਵੀਂ ਦੀ ਡੇਟਸ਼ੀਟ ਇਕੱਠੀ ਹੈ। ਬੇਸਿਕਲੀ ਡੇਟਸ ਉਹੀ ਨੇ ਤੇ ਟਾਈਮ ਜਿਹੜੇ ਨੇ ਉਹ ਕਿਉਂਕਿ ਸਾਡੇ ਸੈਂਟਰ ਜਿਹੜੇ ਨੇ 5ਵੀਂ ਦੇ ਉਹ ਹਰੇਕ ਸਕੂਲ ਸੈਂਟਰ ਹੈਗਾ ਤੇ ਜਿਹੜਾ ਮੈਂ ਸਾਂਝਾ ਕਰ ਲਵਾਂ 5ਵੀਂ ਦੇ ਸਾਡਾ 17,560 ਸਕੂਲਾਂ ਦੇ ਵਿੱਚ ਪ੍ਰੀਖਿਆ ਹੋਣੀ ਹੈ। ਮੈਂ ਦੁਬਾਰਾ ਬੋਲਦਾ, ਨੰਬਰ ਆਫ ਜਿਹੜੀ ਸਕੂਲਾਂ ਦੀ ਗਿਣਤੀ ਹੈ 5ਵੀਂ ਦੀ 17,560, ਮਤਲਬ ਕਿ 5ਵੀਂ ਦਾ ਪੇਪਰ ਹਰੇਕ ਸਕੂਲ 'ਚ ਲਿਆ ਜਾਣਾ ਹੈ, ਚਾਹੇ ਉੱਥੇ 5 ਵਿਦਿਆਰਥੀ ਨੇ ਚਾਹੇ ਉੱਥੇ 1 ਵਿਦਿਆਰਥੀ ਹੈ ਜੀ। ਜਿਹੜੀ ਸਾਡੀ ਪੇਪਰ ਵੰਡ ਦੀ ਨੀਤੀ ਹੈ ਉਹ ਪਿਛਲੇ ਸਾਲ ਵਾਲੀ ਰਹਿਣੀ ਹੈ। ਇਸ ਤੋਂ ਅਸੀਂ ਲਾਸਟ ਵਿੱਚ ਤੁਹਾਨੂੰ ਪੇਪਰ ਕੰਡਕਟ ਵਾਲੀ ਵਿਧੀ ਵੀ ਸਾਂਝੀ ਕਰਾਂਗੇ, ਕਿਉਂਕਿ ਅਜੇ ਤੱਕ ਨੀਤੀ ਜਿਹੜੀ ਅਜੇ ਤੱਕ ਸਿਰਫ ਪ੍ਰਸ਼ਨ ਪੱਤਰਾਂ ਉੱਤੇ ਮੈਡਮ ਅਮਰਜੀਤ ਸਾਂਝੀ ਕਰ ਰਹੇ ਨੇ। ਐਂਡ ਕਿਉਂਕਿ ਉਹ ਜਿਹੜਾ ਪੇਪਰ ਹੈਗਾ ਉਹ ਕਿਸ ਤਰੀਕ ਨੂੰ ਲਿਆ ਜਾਣਾ ਹੈ 8ਵੀਂ ਦਾ 20 ਤਰੀਕ ਦਸੰਬਰ ਦੀ ਦਿਨ ਸੋਮਵਾਰ। ਪਹਿਲਾ ਪੇਪਰ ਪਹਿਲੀ ਭਾਸ਼ਾ ਜਿਹੜਾ ਕਿ ਪੰਜਾਬੀ, ਹਿੰਦੀ, ਉਰਦੂ ਤੇ ਨਾਲ ਸੈਕੰਡ ਪੇਪਰ ਹੋਣਾ ਗਣਿਤ ਦਾ ਜੀ। ਇਹਦੇ ਵਿੱਚ 21 ਤਰੀਕ ਮੰਗਲਵਾਰ ਨੂੰ ਦੂਜੀ ਭਾਸ਼ਾ ਜਿਹੜਾ ਕਿ ਪੰਜਾਬੀ, ਹਿੰਦੀ, ਉਰਦੂ ਤੇ ਨਾਲ ਸੈਕੰਡ ਪੇਪਰ ਹੈਗਾ ਸਮਾਜਿਕ ਵਿਗਿਆਨ, ਜਿਹਨੂੰ ਅਸੀਂ ਸੋਸ਼ਲ ਸਟੱਡੀ ਕਹਿੰਦੇ ਆ। ਤੀਸਰਾ ਪੇਪਰ ਸਾਡਾ ਹੈਗਾ 22 ਦਸੰਬਰ 2021 ਬੁੱਧਵਾਰ, ਅੰਗਰੇਜ਼ੀ ਤੇ ਵਿਗਿਆਨ। ਮਤਲਬ 2 ਵਿਸ਼ਿਆਂ ਦਾ ਪੇਪਰ ਅਲੱਗ-ਅਲੱਗ ਹੈਗਾ, ਅੰਗਰੇਜ਼ੀ ਤੇ ਵਿਗਿਆਨ। ਤੇ ਇਹ ਸਾਡੇ 3 ਦਿਨਾਂ ਦੇ ਵਿੱਚ ਜਿਹੜੇ ਪੇਪਰ ਨੇ ਇਹ ਹੋ ਜਾਣੇ ਨੇ ਜੀ। ਅਸੀਂ ਡੇਟਸ਼ੀਟ ਜਿਹੜੀ ਜਾਰੀ ਕੀਤੀ ਹੋਈ ਹੈ ਉਹਦੇ ਤੇ ਤੁਹਾਨੂੰ ਸਾਡੇ ਸਾਰੇ ਕੰਟੈਕਟ ਨੰਬਰ ਦਿੱਤੇ ਹੋਏ ਨੇ। ਸਾਡੇ ਕੰਟਰੋਲ ਰੂਮ ਅੱਜ ਤੋਂ ਖੁੱਲ ਜਾਣੇ ਨੇ। ਕੰਟਰੋਲ ਰੂਮ ਖੁੱਲਣ ਉੱਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਸਾਡੇ ਲਗਾਤਾਰ ਕਰਮਚਾਰੀ ਕੰਟਰੋਲ ਰੂਮ 'ਚ ਤੁਹਾਡੇ ਫੋਨ ਅਟੈਂਡ ਕਰਨਗੇ। ਐਂਡ 9 ਤਰੀਕ ਤੋਂ ਸਾਡੇ ਕੰਟਰੋਲ ਰੂਮ 24 ਘੰਟੇ ਦੇ ਲਈ ਆਪਰੇਸ਼ਨ ਵਿੱਚ ਹੋਏਗਾ ਜੀ। ਮੈਡਮ ਅਮਰਜੀਤ 10ਵੀਂ ਦੇ ਲਈ ਥੋੜਾ ਜਿਹਾ। ਹਾਂਜੀ 10ਵੀਂ ਸ਼੍ਰੇਣੀ ਲਈ ਵੀ 6 ਮੇਨ ਸਬਜੈਕਟਸ ਪੰਜਾਬੀ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਤੇ ਅੰਗਰੇਜ਼ੀ, ਇਹਨਾਂ ਦੇ ਆਪਾਂ ਐਗਜ਼ਾਮਸ ਪੇਪਰ ਲੈਣੇ ਆ। ਇਹਦੇ ਲਈ ਵੀ ਸਿਰਫ ਪੰਜਾਬੀ A और B ਇੱਕੇ ਵਾਰ ਲਿਆ, ਮਤਲਬ ਇੱਕ ਸਿਟਿੰਗ 'ਚ ਲਿਆ ਜਾਣਾ ਹੈ। ਵੱਖਰਾ ਪਹਿਲਾਂ ਜਿਸ ਤਰ੍ਹਾਂ ਆਪਾਂ A ਅਲੱਗ ਲੈਣੇ ਸੀ, B ਅਲੱਗ ਲੈਣੇ ਸੀ, ਹੁਣ ਇੱਕ ਸਿਟਿੰਗ 'ਚ ਹੀ ਪੰਜਾਬੀ A B ਦੋਨੋਂ ਕਵਰ ਕਰਨੇ ਆ। ਤੇ ਇਹਨਾਂ ਪੰਜਾਬੀ ਜਾਂ ਪੰਜਾਬ ਹਿਸਟਰੀ ਐਂਡ ਕਲਚਰ ਦਾ ਇਹਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਦੇ ਜਿਹੜੇ ਪੇਪਰ ਹੋਣਗੇ ਉਹ 1.5 ਘੰਟੇ ਦਾ ਹੋਵੇਗਾ। और हरेक विषय दे 40 प्रश्न होणगे, OMR शीट ते दिते जाणगे। प्रश्न 1 अंक दा होवेगा। पंजाबी A ते पंजाबी B और पंजाब हिस्ट्री एंड कल्चर इन्हां दा असीं 2 घंटे दा पेपर लवांगे, क्योंकि 60 क्वेश्चन आ। 60 मीनस पंजाबी A दे 30, पंजाबी B दे 30। सेम वही ਇਹਨਾਂ ਲਈ OMR ਸ਼ੀਟ ਤੇ 60 ਖਾਨੇ ਹੋਣਗੇ, ਬਾਕੀ ਵਿਸ਼ਿਆਂ ਦੇ 40 ਮਤਲਬ ਇਹ ਹਰੇਕ ਵਿਸ਼ੇ ਦੇ 40 ਖਾਨੇ ਹੋਣਗੇ OMR ਸ਼ੀਟ ਤੇ। ਹਾਂ ਟੋਟਲ 60 ਹਰੇਕ ਵਿਸ਼ੇ ਲਈ 20 ਖਾਲੀ ਰਹਿਣਗੇ। ਦੁਬਾਰਾ ਰਿਪੀਟ ਕਰ ਦਿਓ, ਮਤਲਬ ਦੁਬਾਰਾ ਦੱਸ ਦਿਓ ਦੁਬਾਰਾ ਖਾਲੀ ਰਹਿਣਗੇ। ਜਿਹੜਾ ਪੰਜਾਬੀ A ਐਂਡ B ਦਾ ਜਾਂ ਪੰਜਾਬ ਹਿਸਟਰੀ ਐਂਡ ਕਲਚਰ A ਐਂਡ B
ਇਹਦੀ ਪ੍ਰੀਖਿਆ ਇੱਕ ਹੀ ਸਮੇਂ ਲਈ ਜਾਊਗੀ, ਵੱਖਰੇ ਵੱਖਰੇ ਸਮੇਂ ਤੇ ਨਹੀਂ, ਇੱਕ ਹੀ ਸਮੇਂ 2 ਘੰਟੇ ਦੀ ਪ੍ਰੀਖਿਆ ਹੋਵੇਗੀ। ਔਰ ਇਹਦੇ ਚ 30 ਪ੍ਰਸ਼ਨ ਪੰਜਾਬੀ ਏ ਦੇ, ਪੰਜਾਬੀ ਬੀ ਦੇ 30, ਟੋਟਲ 60 ਪ੍ਰਸ਼ਨ ਹੋਣਗੇ। ਔਰ 60 ਹੀ ਇਹਦੇ ਚ ਖਾਨੇ ਹੋਣਗੇ। ਜਿਹੜੇ ਬਾਕੀ ਵਿਸ਼ਿਆਂ ਦੇ ਆ ਉਹਨਾਂ ਦੇ 40 80 ਖਾਨੇ ਹੋਣਗੇ। ਜੇ ਇਹਦੇ ਚ ਇਸ ਕਰਕੇ 20 ਖਾਨੇ ਖਾਲੀ ਹੋ ਜਾਣਗੇ ਪੰਜਾਬੀ ਵਾਲੇ ਚ। ਪਹਿਲੇ ਇਹਦੀ ਡੇਟ ਸ਼ੀਟ ਸਰ ਸ਼ੇਅਰ ਕਰ ਦੇਣੀ ਕਿ 10ਵੀਂ ਦੀ ਜੀ? ਹਾਂਜੀ। ਥੈਂਕ ਯੂ ਅਮਰਜੀਤ। 10ਵੀਂ ਦੀ ਡੇਟ ਸ਼ੀਟ ਜਿਹੜੀ ਹੈ, ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਪ੍ਰੀਖਿਆ ਲਈ ਸਮਾਂ 1.5 ਘੰਟਾ ਹੋਵੇਗਾ, ਪਰੰਤੂ ਪੰਜਾਬੀ ਏ, ਪੰਜਾਬੀ ਬੀ, ਪੰਜਾਬ ਹਿਸਟਰੀ ਐਂਡ ਕਲਚਰ ਏ ਅਤੇ ਬੀ ਲਈ ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਮੀਨਸ ਕਿ ਲੈਂਗੁਏਜਸ ਦੇ ਲਈ 2 ਘੰਟੇ ਦਾ ਟਾਈਮ ਦਿੱਤਾ ਗਿਆ ਹੈ। ਇੱਕ ਇਹਦੇ ਮੈਂ ਦੱਸ ਦਿਆਂ ਸਾਡੇ ਅਧਿਆਪਕ ਸਾਹਿਬਾਨਾਂ ਨੂੰ, OMR ਸ਼ੀਟ ਵਿੱਚ ਵੇਰਵੇ ਭਰਨ ਲਈ 15 ਮਿੰਟ ਦਾ ਸਮਾਂ ਦਿੱਤਾ ਜਾਣਾ ਹੈ। ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਣੀ ਹੈ। ਨੋਟ ਕਰ ਲਿਓ, ਸਾਨੂੰ ਇੱਕ ਪ੍ਰਸ਼ਨ ਵੀ WhatsApp ਤੇ ਆ ਗਿਆ ਸੀਗਾ ਕਿ ਜਿਹੜੇ ਵੀ ਵਿਲੱਖਣ ਸਮਰੱਥਾ ਵਾਲੇ ਨੇ ਬੱਚੇ, ਉਹਨਾਂ ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਣੀ ਹੈ। ਔਰ ਸਿਲੇਬਸ ਜਿਵੇਂ ਮੈਡਮ ਅਮਰਜੀਤ ਨੇ ਦੱਸਿਆ ਕਿ 50% ਪਾਠਕ੍ਰਮ ਦੇ ਵਿੱਚੋਂ ਇਹ ਪੇਪਰ ਸੈੱਟ ਹੋਇਆ ਹੈ। ਐਂਡ 13/12/2021 ਕਹਿਣ ਦਾ ਮਤਲਬ ਕਿ ਅਗਲੇ ਸੋਮਵਾਰ, ਇੱਕ ਅੱਜ ਆਪਾਂ ਬੈਠੇ ਆ, ਅਗਲੇ ਸੋਮਵਾਰ ਜਿਹੜਾ ਆਉਣਾ ਹੈ, ਇਹ ਪੇਪਰ 10ਵੀਂ ਦੇ ਸ਼ੁਰੂ ਹੋ ਜਾਣੇ ਨੇ। ਪੇਪਰ ਮਾਰਨਿੰਗ ਵਿੱਚ ਨੇ। ਐਂਡ ਪਹਿਲਾ ਪੇਪਰ ਪੰਜਾਬੀ ਏ, ਜਿਹਦੇ ਵਿੱਚ ਜਾਂ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ, ਫਿਰ ਉਸੇ ਦਿਨ ਹੀ ਪੇਪਰ ਪੰਜਾਬੀ ਬੀ, ਜਿਹਦੇ ਵਿੱਚ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਹੋਏਗਾ। 14 ਤਰੀਕ ਨੂੰ ਮੰਗਲਵਾਰ ਨੂੰ ਪੇਪਰ ਅੰਗਰੇਜ਼ੀ ਦਾ ਹੋਏਗਾ। 15 ਤਰੀਕ ਬੁੱਧਵਾਰ ਨੂੰ ਹਿੰਦੀ, ਉਰਦੂ, ਜਿਹਨੇ ਹਿੰਦੀ ਦੀ ਥਾਂ ਤੇ ਰੱਖਿਆ ਹੋਇਆ ਹੈ, ਉਹਨਾਂ ਦਾ ਪੇਪਰ ਹੋਏਗਾ। 16 ਤਰੀਕ ਵੀਰਵਾਰ ਨੂੰ ਮੈਥਮੈਟਿਕਸ ਗਣਿਤ ਦਾ ਪੇਪਰ ਹੋਏਗਾ। 17 ਦਸੰਬਰ 2021 ਸ਼ੁੱਕਰਵਾਰ ਨੂੰ ਸਾਇੰਸ ਵਿਸ਼ੇ ਦਾ ਪੇਪਰ, ਵਿਗਿਆਨ ਦਾ ਪੇਪਰ ਹੋਏਗਾ। ਅਤੇ 18/12/2021 ਸ਼ਨਿਚਰਵਾਰ ਬਣੇਗਾ, ਸਮਾਜਿਕ ਵਿਗਿਆਨ ਦਾ ਪੇਪਰ ਹੋਏਗਾ ਜੀ। ਤੁਸੀਂ ਹੁਣ 12ਵੀਂ ਬਾਰੇ ਵੀ ਆਪਣੀ ਜਿਹੜੀ ਨੀਤੀ ਆਪਣੀ ਉਹ ਸਾਂਝੀ ਕਰੋ ਜੀ। ਅੱਛਾ, 12ਵੀਂ ਲਈ ਟਰਮ 1 ਦੀ ਪ੍ਰੀਖਿਆ ਸਿਰਫ 5 ਮੇਨ ਸਬਜੈਕਟਸ ਦੀ ਲਈ ਜਾਣੀ ਆ। ਜਨਰਲ ਪੰਜਾਬੀ ਜਾਂ ਪੰਜਾਬ ਹਿਸਟਰੀ ਐਂਡ ਕਲਚਰ, ਜਨਰਲ ਅੰਗਰੇਜ਼ੀ ਤੇ 3 ਇਲੈਕਟਿਵ ਵਿਸ਼ੇ ਹਰੇਕ ਸਟਰੀਮ ਦੇ ਵਿੱਚੋਂ। ਜਿਹੜੇ ਵੀ 3 ਜੇ ਹਿਊਮੈਨਿਟੀਜ਼ ਦੇ ਆ ਤੇ ਉਹ 3 ਵਿਸ਼ੇ, ਸਾਇੰਸ ਦੇ 3 ਵਿਸ਼ੇ ਇਹਨਾਂ ਦੀ ਲਈ ਜਾਏਗੀ। ਹਰੇਕ ਵਿਸ਼ੇ ਦਾ ਪ੍ਰਸ਼ਨ ਪੱਤਰ 40 ਪ੍ਰਸ਼ਨਾਂ ਦਾ ਹੋਵੇਗਾ। OMR ਸ਼ੀਟ ਦੇ ਵਿੱਚ 1 ਘੰਟੇ ਦਾ ਸਮਾਂ ਹੋਵੇਗਾ ਪ੍ਰੀਖਿਆ ਦੇਣ ਲਈ। ਨਹੀਂ ਸੌਰੀ, 1.5 ਘੰਟੇ ਦਾ। 1 ਅੰਕ ਦਾ 1 ਪ੍ਰਸ਼ਨ ਹੋਵੇਗਾ। ਹੋਰ 50% ਸਿਲੇਬਸ ਦੇ ਵਿੱਚੋਂ। OMR ਸ਼ੀਟ ਤੇ 1 ਤੋਂ 40 ਤੱਕ ਦੇ ਖਾਨੇ ਹੋਣਗੇ। ਪ੍ਰਸ਼ਨ ਪੱਤਰ ਦੇ ਵਿੱਚ ਉਹ ਆਪੇ ਸਕੂਲਾਂ 'ਚ ਲੈਣਗੇ, ਆਪਣੇ ਆਪ ਲੈਣਗੇ। ਠੀਕ ਹੈ ਸਰ, ਉਹ ਆਪਣੇ ਆਪ ਲੈਣਗੇ। 12ਵੀਂ ਦੀ ਡੇਟ ਸ਼ੀਟ ਸ਼ੇਅਰ ਕਰ ਲਈ। ਤੂੰ ਰੱਖ ਦੇ ਬਸ, ਸਭ ਤੋਂ ਤੁਸੀਂ ਰੋਕ। 12ਵੀਂ ਦੀ ਡੇਟ ਸ਼ੀਟ ਸਰ। ਪਲਾਨ ਦੇ ਚੈੱਕ ਕਰਤੇ हैं। 12ਵੀਂ ਦੀ ਜਿਹੜੀ ਡੇਟ ਸ਼ੀਟ ਹੈ, ਇਹ ਪੇਪਰ ਬਾਅਦ ਦੁਪਹਿਰ, ਮੀਨਸ ਕਿ 10ਵੀਂ ਦਾ ਆਪਣਾ ਮਾਰਨਿੰਗ ਪੇਪਰ ਮੈਂ ਜਿਵੇਂ ਤੁਹਾਨੂੰ ਸਾਂਝਾ ਕੀਤਾ ਸੀ, ਇਹ ਇਵਨਿੰਗ ਵਿੱਚ ਸ਼ਾਮ ਦੇ ਸੈਸ਼ਨ ਵਿੱਚ ਪੇਪਰ ਹੋਣਾ ਹੈ, ਜਿਹਦਾ ਟਾਈਮ 2 ਵਜੇ ਦਾ ਰੱਖਿਆ ਗਿਆ। ਪ੍ਰੀਖਿਆ ਦਾ ਸਮਾਂ 1.5 ਘੰਟੇ ਦਾ ਹੋਵੇਗਾ। ਐਂਡ 13/12/2021 ਨੂੰ
ਹਿਊਮੈਨਿਟੀਜ਼ ਗਰੁੱਪ ਦਾ ਪੇਪਰ ਹੋਣਾ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ। ਸਾਇੰਸ ਗਰੁੱਪ ਦੇ ਵਿੱਚ 13 ਤਰੀਕ ਨੂੰ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ। ਇਸੇ ਤਰ੍ਹਾਂ ਹੀ ਕਮਰਸ ਗਰੁੱਪ ਦਾ ਪੇਪਰ ਹੋਏਗਾ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ। ਚੌਥਾ ਜਿਹੜਾ ਸਾਡੀ ਸਟਰੀਮ ਹੈ ਐਗਰੀਕਲਚਰ ਗਰੁੱਪ ਦਾ, ਉਹਦਾ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ ਪੇਪਰ ਹੋਏਗਾ 13 ਤਰੀਕ ਨੂੰ। ਦਿਨ ਰਹੇਗਾ ਸੋਮਵਾਰ, ਸਮਾਂ ਰਹੇਗਾ ਸ਼ਾਮ ਨੂੰ 2 ਵਜੇ ਦਾ। ਐਂਡ ਪੇਪਰ ਦਾ ਟਨਿਓਰ ਜਿਹੜਾ ਟਾਈਮ ਹੈ ਉਹ 1.5 ਘੰਟਾ ਜੀ। 14 ਦਸੰਬਰ 2021 ਮੰਗਲਵਾਰ ਨੂੰ ਪੇਪਰ ਹੋਣਾ ਜਨਰਲ ਅੰਗਰੇਜ਼ੀ। ਸਾਇੰਸ ਗਰੁੱਪ ਲਈ ਵੀ ਜਨਰਲ ਅੰਗਰੇਜ਼ੀ, ਕਮਰਸ ਗਰੁੱਪ ਲਈ ਵੀ ਜਨਰਲ ਅੰਗਰੇਜ਼ੀ ਤੇ ਐਗਰੀਕਲਚਰ ਗਰੁੱਪ ਲਈ ਵੀ ਜਨਰਲ ਅੰਗਰੇਜ਼ੀ ਪੇਪਰ ਹੋਏਗਾ। 15 ਦਸੰਬਰ 2021 ਦਿਨ ਬੁੱਧਵਾਰ ਨੂੰ ਪੇਪਰ ਹੋਣਗੇ ਵੱਖੋ ਵੱਖਰੇ। ਕਾਫੀ ਸਾਰੇ ਪੇਪਰਾਂ ਦੀ ਗਿਣਤੀ ਲਿਖੀ ਹੋਈ ਹੈ, ਮੈਂ ਫਿਰ ਵੀ ਬੋਲ ਦਿੰਨਾ, ਪਰ ਤੁਸੀਂ ਜਿਹੜਾ ਰਿਲਾਈ ਕਰਨਾ ਉਹ ਡੇਟਸ਼ੀਟ ਤੇ ਕਰਨਾ, ਭਾਵੇਂ ਡੇਟਸ਼ੀਟ ਮੇਰੇ ਹੱਥ 'ਚ ਹੀ ਹੈਗੀ ਹੈ। ਫਿਲਾਸਫੀ ਦਾ ਪੇਪਰ ਹੈ ਅੰਡਰ ਹਿਊਮੈਨਿਟੀਜ਼ ਗਰੁੱਪ, ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ ਜਿਹਦਾ ਕੋਡ ਨੰਬਰ 50 ਹੈ, ਫਿਰ ਹਿਸਟਰੀ ਕੋਡ ਨੰਬਰ 25 ਹੈ, ਫਿਰ ਅਕਾਊਂਟੈਂਸੀ 1 ਜਿਹਦਾ ਕੋਡ ਨੰਬਰ 142 ਹੈ, ਸੰਸਕ੍ਰਿਤ ਹੈ ਜਿਹਦਾ ਕੋਡ ਨੰਬਰ 019 ਹੈ, ਗੁਰਮਤ ਸੰਗੀਤ ਜਿਹਦਾ ਕੋਡ ਨੰਬਰ 039 ਹੈ, ਸਾਈਕਾਲੋਜੀ ਜਿਹਦਾ ਕੋਡ ਨੰਬਰ 044 ਹੈ ਤੇ ਹੋਮ ਸਾਇੰਸ ਜਿਹਦਾ ਕੋਡ ਨੰਬਰ 045 ਹੈ। ਇਹ ਹਿਊਮੈਨਿਟੀਜ਼ ਗਰੁੱਪ ਦੇ ਵਿੱਚ 15 ਦਸੰਬਰ 2021 ਬੁੱਧਵਾਰ ਨੂੰ ਪੇਪਰ ਹੋਣਗੇ। ਸਾਇੰਸ ਗਰੁੱਪ 2 ਦੇ ਵਿੱਚ ਕੈਮਿਸਟਰੀ ਦਾ ਪੇਪਰ ਹੋਏਗਾ, 53 ਨੰਬਰ ਕੋਡ ਹੈ, ਨਾਲ ਸੰਸਕ੍ਰਿਤ ਹੈ ਜਿਹਦਾ ਕੋਡ ਨੰਬਰ 19 ਹੈ, ਹੋਮ ਸਾਇੰਸ ਹੈ ਜਿਹਦਾ ਕੋਡ ਨੰਬਰ 45 ਹੈ। ਇਸੇ ਤਰੀਕੇ ਹੀ ਕਮਰਸ ਗਰੁੱਪ ਜਿਹੜੀ ਜਿਹਨੂੰ ਆਪਾਂ 3 ਨੰਬਰ ਕਹਿੰਦੇ ਹਾਂ ਸਟਰੀਮ ਵਾਈਜ਼, ਉਹਦੇ ਵਿੱਚ ਅਕਾਊਂਟੈਂਸੀ ਦਾ ਪੇਪਰ ਹੋਏਗਾ, ਅਕਾਊਂਟੈਂਸੀ 2 ਹੈ ਪੇਪਰ ਬੇਸਿਕਲੀ ਇਹ, ਜਿਹਦਾ ਕੋਡ ਨੰਬਰ 142 ਹੈ। ਐਗਰੀਕਲਚਰ ਗਰੁੱਪ ਦੇ ਥੱਲੇ ਕੈਮਿਸਟਰੀ ਦਾ ਪੇਪਰ ਕੋਡ ਨੰਬਰ 53 ਹੋਏਗਾ 15 ਦਸੰਬਰ 2021 ਨੂੰ ਜੀ। ਅਗਲੇ ਦਿਨ 16 ਦਸੰਬਰ 2021 ਵੀਰਵਾਰ ਨੂੰ ਪੇਪਰ ਹੋਏਗਾ ਹਿਊਮੈਨਿਟੀਜ਼ ਗਰੁੱਪ ਦੇ ਅੰਡਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਕੋਡ ਨੰਬਰ 149, ਪਬਲਿਕ ਐਡਮਿਨਿਸਟ੍ਰੇਸ਼ਨ ਕੋਡ ਨੰਬਰ 033, ਬਿਜ਼ਨਸ ਸਟੱਡੀ ਕੋਡ ਨੰਬਰ 141, ਮਿਊਜ਼ਿਕ ਇੰਸਟਰੂਮੈਂਟਲ ਕੋਡ ਨੰਬਰ 037, ਮੀਡੀਆ ਸਟੱਡੀਜ਼ ਕੋਡ ਨੰਬਰ 150। ਇਸੇ ਤਰੀਕੇ ਹੀ ਇਸੇ ਦਿਨ ਹੀ 16/12/2021 ਵੀਰਵਾਰ ਨੂੰ ਪੇਪਰ ਹੋਣਾ ਬਾਇਓਲੋਜੀ ਦਾ ਸਾਇੰਸ ਗਰੁੱਪ 2 ਦੇ ਅੰਡਰ, ਅਤੇ ਕਮਰਸ ਗਰੁੱਪ 3 ਦੇ ਸਟਰੀਮ ਦੇ ਅੰਡਰ ਪੇਪਰ ਹੋਏਗਾ ਬਿਜ਼ਨਸ ਸਟੱਡੀ ਕੋਡ ਨੰਬਰ 141 ਐਂਡ ਮੀਡੀਆ ਸਟੱਡੀਜ਼ ਕੋਡ ਨੰਬਰ 150। 17/12/2021 ਦਿਨ ਸ਼ੁੱਕਰਵਾਰ ਪੰਜਾਬੀ ਚੋਣਵਾਂ ਵਿਸ਼ਾ ਕੋਡ ਨੰਬਰ 004, ਹਿੰਦੀ ਚੋਣਵਾਂ ਵਿਸ਼ਾ 005, ਅੰਗਰੇਜ਼ੀ ਚੋਣਵਾਂ ਵਿਸ਼ਾ 006, ਉਰਦੂ ਵਿਸ਼ਾ 007, ਕੰਪਿਊਟਰ ਐਪਲੀਕੇਸ਼ਨ ਕੋਡ 072, ਐਗਰੀਕਲਚਰ ਦਾ ਵਿਸ਼ਾ 065। ਸਾਇੰਸ ਗਰੁੱਪ 2 ਦੇ ਥੱਲੇ ਪੇਪਰ ਹੋਣਗੇ 17 ਦਸੰਬਰ 2021 ਸ਼ੁੱਕਰਵਾਰ ਨੂੰ ਕੰਪਿਊਟਰ ਐਪਲੀਕੇਸ਼ਨ ਦਾ ਕੋਡ ਨੰਬਰ 72, ਐਗਰੀਕਲਚਰ ਦਾ ਕੋਡ ਨੰਬਰ 65 ਅਤੇ ਫਿਜ਼ਿਕਸ ਪੇਪਰ ਕੋਡ ਨੰਬਰ 052। ਕਮਰਸ ਗਰੁੱਪ 3 ਦੇ ਅੰਡਰ ਪੇਪਰ ਹੋਏਗਾ ਕੰਪਿਊਟਰ ਐਪਲੀਕੇਸ਼ਨ ਜਿਹਦਾ ਕੋਡ ਨੰਬਰ 72 ਹੈ, ਐਗਰੀਕਲਚਰ ਗਰੁੱਪ 4 ਸਟਰੀਮ ਦੇ ਅੰਡਰ ਪੇਪਰ ਹੋਏਗਾ ਕੰਪਿਊਟਰ ਐਪਲੀਕੇਸ਼ਨ ਕੋਡ ਨੰਬਰ 72, ਐਗਰੀਕਲਚਰ ਕੋਡ ਨੰਬਰ 065 ਤੇ ਫਿਜ਼ਿਕਸ ਹੈ ਕੋਡ ਨੰਬਰ 052। 18 ਤਰੀਕ ਸ਼ਨੀਚਰਵਾਰ 18 ਦਸੰਬਰ 2021 ਨੂੰ ਨੈਸ਼ਨਲ ਕੈਡਟ ਕੈਂਪ ਕੋਡ ਨੰਬਰ 209, ਰਾਜਨੀਤੀ ਸ਼ਾਸਤਰ ਕੋਡ ਨੰਬਰ 31, ਡਾਂਸ ਕੋਡ ਨੰਬਰ 40, ਡਿਫੈਂਸ ਸਟੱਡੀ ਕੋਡ ਨੰਬਰ 43। ਸਾਇੰਸ ਗਰੁੱਪ 2 ਦੇ ਥੱਲੇ ਪੇਪਰ ਹੋਏਗਾ ਨੈਸ਼ਨਲ ਕੈਡਟ ਕਾਰਪਸ ਦਾ ਕੋਡ ਨੰਬਰ 209। ਇਸੇ ਤਰ੍ਹਾਂ ਹੀ ਕਮਰਸ ਗਰੁੱਪ 3 ਦੇ ਥੱਲੇ ਵੀ ਨੈਸ਼ਨਲ ਕੈਡਟ ਕਾਰਪਸ ਦਾ 209 ਨੰਬਰ ਕੋਡ ਹੈ, ਐਂਡ ਐਗਰੀਕਲਚਰ ਗਰੁੱਪ ਦੇ ਅੰਡਰ ਵੀ ਨੈਸ਼ਨਲ ਕੈਡਟ ਕਾਰਪਸ ਦਾ ਕੋਡ ਨੰਬਰ 209 ਦਾ ਪ੍ਰਸ਼ਨ ਪੱਤਰ ਜਿਹੜਾ ਹੈਗਾ ਪੇਪਰ ਹੋਣਾ ਹੈ ਉਹ ਸ਼ਨੀਚਰਵਾਰ ਨੂੰ 18 ਦਸੰਬਰ ਨੂੰ ਲਿਆ ਜਾਣਾ ਹੈ ਜੀ। ਐਤਵਾਰ ਦੀ ਛੁੱਟੀ ਰੱਖੀ ਗਈ ਹੈ। ਇਸੇ ਤਰੀਕੇ ਅਗਲਾ ਦਿਨ 20 ਤਰੀਕ ਬਣੇਗਾ ਸੋਮਵਾਰ ਦਾ, ਉਸ ਦਿਨ ਪੇਪਰ ਹੋਣਾ ਹੈ ਹਿਊਮੈਨਿਟੀਜ਼ ਗਰੁੱਪ ਦੇ ਅੰਡਰ ਗਣਿਤ ਜਿਹਦਾ ਕੋਡ ਨੰਬਰ 028 ਹੈ, ਰਿਲੀਜਨ ਹੈ ਜਿਹਦਾ ਕੋਡ ਨੰਬਰ 35 ਹੈ, ਸਾਇੰਸ ਗਰੁੱਪ 2 ਗਣਿਤ ਦਾ ਵਿਸ਼ਾ 028 ਹੈ, ਕਮਰਸ ਗਰੁੱਪ 1 ਜਿਹਦਾ ਗਣਿਤ 028 ਹੈ, ਅਤੇ ਇਸੇ ਤਰ੍ਹਾਂ ਐਗਰੀਕਲਚਰ ਗਰੁੱਪ 4 ਜਿਹਦਾ ਕੋਡ ਨੰਬਰ 28 ਹੈ ਗਣਿਤ ਦਾ ਪੇਪਰ ਹੋਏਗਾ।
ਕਹਿਣ ਦਾ ਮਤਲਬ ਇਹ ਨਿਕਲਿਆ ਕਿ 20 ਦਸੰਬਰ 2021 ਸੋਮਵਾਰ ਨੂੰ ਮੈਥ ਦਾ ਪੇਪਰ ਹੋਣਾ ਹੈ 4 ਸਟਰੀਮ ਦੇ ਅੰਡਰ। ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਮੈਥ ਹਿਊਮੈਨਿਟੀਜ਼ ਨਹੀਂ ਲਿਆ ਹੋਇਆ ਉਹ ਰਿਲੀਜਨ ਦਾ ਪੇਪਰ ਵੀ ਨਾਲ ਹੋਣਾ ਹੈ। 21 ਦਸੰਬਰ 2021 ਮੰਗਲਵਾਰ ਨੂੰ ਜੀਓਗ੍ਰਾਫੀ ਕੋਡ ਨੰਬਰ 42, ਸੋਸ਼ੀਓਲੋਜੀ ਕੋਡ ਨੰਬਰ 32, NSQF ਦੇ ਵਿਸ਼ੇ ਜਿਹੜੇ ਨੇ ਉਹ ਕਾਫੀ ਸਾਰੇ ਨੇ, ਮੈਂ ਪਰ ਨਾਮ ਫਿਰ ਵੀ ਉਹਨਾਂ ਨਾਲ ਤੁਹਾਡੇ ਨਾਲ ਸਾਂਝੇ ਕਰ ਲੈਣਾ। ਪਰਚੂਨ ਦਾ ਵਿਸ਼ਾ ਹੈ, ਆਟੋਮੋਬਾਈਲ ਦਾ ਹੈ, ਸਿਹਤ ਸੰਭਾਲ ਦਾ ਹੈ, ਸੂਚਨਾ ਤਕਨਾਲੋਜੀ ਹੈ, ਸੁਰੱਖਿਆ ਹੈ, ਖੂਬਸੂਰਤੀ ਤੇ ਤੰਦਰੁਸਤੀ ਹੈ, ਯਾਤਰਾ ਤੇ ਸੈਰ ਸਪਾਟਾ ਹੈ, ਸਰੀਰਕ ਸਿੱਖਿਆ ਹੈ, ਖੇਤੀਬਾੜੀ ਹੈ। ਇਸੇ ਤਰੀਕੇ ਹੀ ਉਸਾਰੀ ਦਾ ਇੱਕ ਵਿਸ਼ਾ ਹੈਗਾ ਹੈ, ਪਲੰਬਿੰਗ ਦਾ ਇੱਕ ਵਿਸ਼ਾ ਹੈਗਾ ਜਿਹੜਾ 21/12/2021 ਮੰਗਲਵਾਰ ਨੂੰ ਹੋਣਾ ਹੈ। ਐਂਡ ਸਾਇੰਸ ਗਰੁੱਪ 2 ਦੇ ਅੰਡਰ ਜੀਓਗ੍ਰਾਫੀ ਦਾ ਇੱਕ ਪੇਪਰ ਹੈਗਾ 042 ਨੰਬਰ ਕੋਡ ਹੈ। ਕਮਰਸ ਗਰੁੱਪ 3 ਦੇ ਅੰਡਰ ਫੰਡਾਮੈਂਟਲ ਆਫ ਬਿਜ਼ਨਸ ਕੋਡ ਨੰਬਰ 144 ਹੈ। ਐਗਰੀਕਲਚਰ ਗਰੁੱਪ 4 ਜੀਓਗ੍ਰਾਫੀ ਕੋਡ ਨੰਬਰ 42 ਹੈ। ਤੇ 22 ਤਰੀਕ ਨੂੰ ਪੇਪਰ ਬੁੱਧਵਾਰ ਨੂੰ ਜਿਹੜਾ ਹੋਣਾ ਹੈ ਉਹ ਮਿਊਜ਼ਿਕ ਤਬਲਾ, ਮਿਊਜ਼ਿਕ ਵੋਕਲ ਤੇ ਇਕਨੋਮਿਕਸ। ਇਹ ਮੀਨਸ ਕਿ 3 ਪੇਪਰ ਇੱਕੋ ਟਾਈਮ ਤੇ ਨੇ, ਪੈਰਲਲ ਨੇ, ਪਰ ਆਪਸ਼ਨ ਆਪੋ ਆਪਣੇ ਬੱਚਿਆਂ ਦੀਆਂ ਹੋਣਗੀਆਂ। ਜਿਨ੍ਹਾਂ ਦਾ ਮਿਊਜ਼ਿਕ ਤਬਲੇ ਦਾ ਕੋਡ ਨੰਬਰ 38 ਹੈ, ਮਿਊਜ਼ਿਕ ਵੋਕਲ ਦਾ 0.36 ਹੈ ਤੇ ਇਕਨੋਮਿਕਸ ਦਾ 0.26 ਹੈ ਜੀ। ਸਾਇੰਸ ਗਰੁੱਪ 2 ਦੇ ਅੰਡਰ ਇਕਨੋਮਿਕਸ ਦਾ ਪੇਪਰ ਹੈ 0.26, ਕਮਰਸ ਗਰੁੱਪ 3 ਇਕਨੋਮਿਕਸ 0.26, ਐਗਰੀਕਲਚਰ ਗਰੁੱਪ 4 ਇਕਨੋਮਿਕਸ 0.26 ਹੈ ਵਿਸ਼ੇ ਦਾ ਪੇਪਰ। ਐਂਡ ਡੇਟਸ਼ੀਟ ਤੁਸੀਂ ਬੜੀ ਲੰਮੀ ਬਣਾਈ ਹੋਈ ਹੈ ਜੀ। ਅੱਛਾ, ਵੋਕੇਸ਼ਨਲ ਸਟਰੀਮ ਵਾਈਜ਼ ਬਣੀ ਹੋਈ, ਓਕੇ। ਕਿਉਂਕਿ ਆਪਾਂ ਜਿਹੜਾ ਸਾਡਾ ਮੇਨ ਅਸੀਂ ਅੱਜ ਤੁਹਾਡੇ ਨਾਲ ਇੰਟਰੈਕਟ ਕਰ ਰਹੇ ਹਾਂ ਉਹ ਕੁਐਸਚਨ ਤਾਂ ਹੈ ਕਿ ਤੁਹਾਡੀ ਕਿਊਰੀਜ਼ ਨੂੰ, ਕਿਉਂਕਿ ਡੇਟਸ਼ੀਟ ਸਾਰੀਆਂ ਹੈਗੀਆਂ ਨੇ, ਸਾਰੀਆਂ ਵੈਬਸਾਈਟ ਤੇ ਨੇ, ਸਕੂਲ ਲੌਗਇਨ 'ਚ ਪਾਈਆਂ ਹੋਈਆਂ ਨੇ। ਸਕੂਲ ਲੌਗਇਨ 'ਚ ਵੀ ਡੇਟਸ਼ੀਟ ਪਾਈ, ਤੁਹਾਡੇ ਇੰਡੀਵਿਜੂਅਲ ਤੁਹਾਡੇ ਸਕੂਲ ਦੇ ਵਿੱਚ ਅਪਰੋਚੇਬਲ ਹੈ। ਇਹਨੂੰ ਕਿਰਪਾ ਕਰਕੇ ਇਹਨੂੰ ਧਿਆਨ ਨਾਲ ਪੜ੍ਹਿਓ ਜੇ। ਐਂਡ ਇਸ ਤੋਂ ਬਾਅਦ ਡਾਕਟਰ ਆਪਣਾ ਅਮਰਜੀਤ ਕੋਈ ਹੋਰ ਤੁਹਾਡਾ ਇਸ ਤਰ੍ਹਾਂ ਦੀ ਸੂਚਨਾ ਜਿਹੜੀ ਸਾਂਝੀ ਕਰਨੀ ਚਾਹੋ? ਇਕੱਠੀਆਂ ਮੈਂ ਦੱਸ ਦਿੰਨੀ ਸਰ। ਦੱਸ ਵਨ ਬਾਈ ਤੁਸੀਂ ਦੱਸ ਨੂੰ ਉੱਤਰ ਦੇ ਦਿੰਦਾ ਕੋਈ ਹੋਇਆ ਤਾਂ। ਹਾਂਜੀ ਅਮਰਜੀਤ ਇਹਨਾਂ ਦੀ ਕੋਈ ਉਹ ਆ ਰਹੀਆਂ ਨੇ, ਆ ਰਹੀਆਂ ਨੇ। ਹਾਂ ਹਾਂਜੀ, ਵੈਲਕਮ ਆਲ ਅਗੇਨ ਸਰ। ਮੈਮ ਮੈਂ ਕੁਝ ਕੁਐਰੀਜ਼ ਜਿਹੜੀਆਂ ਨੋਟ ਕਰਾ ਦੇਣੀਆਂ, ਜਿਹੜੀਆਂ ਕਾਮਨ ਜਿਹੜੀਆਂ ਕੁਐਰੀਜ਼ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਸੈਂਟਰਸ ਬਾਰੇ ਕੁਐਰੀਜ਼ ਆਪਾਂ ਕਲੀਅਰ ਕਰਨੀਆਂ ਨੇ ਕਿ ਸੈਲਫ ਸੈਂਟਰ ਕਿਹੜੇ ਬਣ ਰਹੇ ਨੇ ਔਰ ਦੂਜੇ ਸੈਂਟਰ ਕਿਹੜੇ ਬਣ ਰਹੇ ਨੇ, ਡਿਫਰੈਂਟਲੀ ਏਬਲਡ ਵਾਸਤੇ ਕਿਹੜੇ ਸੈਂਟਰ ਬਣ ਰਹੇ ਨੇ। ਔਰ ਇੱਕ ਕੁਐਸਚਨ ਜਿਹੜਾ ਹੈਗਾ ਸਰ ਪਹਿਲਾਂ 1 ਬਾਈ 1 ਕਰ ਲਈ। ਹਾਂਜੀ, ਇੱਕ ਤਾਂ ਸੈਂਟਰਸ ਬਾਰੇ ਜਿਹੜਾ ਸਰ ਉਹ ਸੈਂਟਰ ਬਾਰੇ ਐਗਜ਼ਾਮੀਨੇਸ਼ਨ ਸੈਂਟਰ ਬਾਰੇ ਮੈਂ ਥੋੜਾ ਜਿਹਾ ਕਿਉਂ ਪੂਰਾ ਵਿਸਥਾਰ ਨਾਲ ਤੁਹਾਡੇ ਕੁਐਸਚਨ ਲਵਾਂਗੇ ਜੇ ਕਲੈਰਿਟੀ ਹੋਵੇ। ਜਿਵੇਂ ਮੈਂ ਦੱਸਿਆ ਕਿ 5ਵੀਂ ਦਾ ਜਿਹੜਾ ਪ੍ਰੀਖਿਆ ਕੇਂਦਰ ਹੈ ਉਹ ਹਰੇਕ ਸਕੂਲ ਹੈ ਜੀ। ਐਂਡ ਸਾਡੇ ਜਿਹੜੇ ਪ੍ਰਸ਼ਨ ਪੱਤਰ ਨੇ ਉਹ ਪਿਛਲੇ ਸਾਲ ਦੀ ਤਰ੍ਹਾਂ ਕਲਸਟਰ ਹੈਡ ਤੇ ਜਾਣਗੇ, ਉੱਥੋਂ ਪੇਪਰ 5ਵੀਂ ਦੇ ਡਿਸਟ੍ਰੀਬਿਊਟ ਹੋਣਗੇ। ਐਂਡ ਉਹ ਜਿਹੜਾ ਅਧਿਆਪਕ ਸਾਹਿਬਾਨ ਜਿਹੜਾ ਅਮਲਾ ਲੱਗਿਆ ਹੋਇਆ ਹੈ ਉਹ ਪੇਪਰ ਲੈ ਕੇ ਜਾਏਗਾ, ਉਸ ਸਕੂਲ ਦੇ ਵਿੱਚ ਜਿੱਥੇ ਪੇਪਰ ਹੋਣਾ ਹੈ ਉੱਥੇ ਪੇਪਰ ਕਰਾਉਣਗੇ। ਐਂਡ ਉਹਦੀਆਂ ਉੱਤਰ ਪੱਤਰੀਆਂ ਉਸੇ ਤਰੀਕੇ ਹੀ, ਕਿਉਂਕਿ OMR ਸ਼ੀਟ ਸਿਰਫ 1 ਪੇਜ ਦੀ ਹੈ, ਉਹ ਜਦੋਂ ਬੱਚੇ ਨੇ ਉਹਦੇ ਗੋਲ ਚੱਕਰ ਲਾ ਦੇਣੇ ਨੇ, ਉਹਨੂੰ ਜਿਹਨੂੰ ਕਹਿੰਦੇ ਨੇ ਕਿ ਨੀਲੇ ਪੈਨ ਜਾਂ ਕਾਲੇ ਪੈਨ ਨਾਲ ਆਗਿਆ ਹੋਏਗੀ ਉਹਨੂੰ ਭਰਨ ਦੀ। ਐਂਡ ਉਹ ਉੱਤਰ ਪੱਤਰੀ ਪੈਕ ਹੋ ਕੇ ਉਸੇ ਤਰ੍ਹਾਂ ਵਾਪਸ ਆ ਜਾਣੀ ਹੈ ਜੀ। ਨੰਬਰ 2, 8ਵੀਂ 10ਵੀਂ 12ਵੀਂ ਦੇ ਲਈ ਅਸੀਂ ਤੁਹਾਡੀ ਸੁਵਿਧਾ ਦੇ ਅਨੁਸਾਰ ਇਸ ਵਾਰ ਪੈਟਰਨ ਨੂੰ ਚੇਂਜ ਕੀਤਾ। ਮੇਰੀ ਗੱਲ ਧਿਆਨ ਨਾਲ ਸੁਣਿਓ ਜੀ। ਅੱਗੇ ਸਾਡੇ ਸੈਂਟਰ ਕੰਟਰੋਲਰ ਪ੍ਰਸ਼ਨ ਪੱਤਰ ਲੈ ਕੇ ਆਉਂਦੇ ਸੀ ਬੈਂਕਾਂ ਵਿੱਚੋਂ, ਕਿਉਂਕਿ ਐਤਕੀ ਪ੍ਰਸ਼ਨ ਪੱਤਰ 1-2 ਪੇਜ ਦੇ ਨਹੀਂ ਹੈਗੇ। ਐਤਕੀ ਪ੍ਰਸ਼ਨ ਪੱਤਰ ਆਬਜੈਕਟ ਟਾਈਪ ਹੋਣ ਕਰਕੇ ਕਾਪੀ ਸ਼ੇਪ ਵਿੱਚ ਨੇ, ਉਹ 15 ਪੇਜ ਦੀ ਹੋਵੇ, 20 ਪੇਜ ਦੀ ਹੋਵੇ। ਐਂਡ ਉਹਦੇ ਵਿੱਚ ਕਿਉਂਕਿ ਕਾਫੀ ਤਾਦਾਦ ਵਿੱਚ ਨੇ, ਇਸ ਕਰਕੇ ਪੇਪਰ ਜਿਹੜੇ ਨੇ ਉਹ ਸਾਡੇ ਜ਼ਿਲ੍ਹਾ ਮੈਨੇਜਰ ਨੇ ਉਹਨਾਂ ਕੋਲ ਸੈਂਟਰ ਦੇ ਜਿਹੜੇ ਕੇਂਦਰ ਕੰਟਰੋਲਰ ਨੇ, ਕਿਉਂਕਿ ਕੇਂਦਰ ਕੰਟਰੋਲਰ ਸੰਬੰਧਿਤ ਉਸ ਸਕੂਲ ਦਾ ਜਿਹੜਾ ਸਕੂਲ ਮੁਖੀ ਹੈ, ਇੰਚਾਰਜ ਹੈ, ਉਹ ਹੁੰਦਾ ਹੈ। ਉਹ ਪ੍ਰਸ਼ਨ ਪੱਤਰ ਉੱਥੋਂ ਜ਼ਿਲ੍ਹਾ ਹੈੱਡਕੁਆਟਰ ਤੋਂ ਸਾਡੇ ਉੱਥੋਂ ਲੈ ਕੇ ਆਉਣਗੇ। ਐਂਡ ਬੈਂਕਾਂ ਕੋਲ ਪ੍ਰਸ਼ਨ ਪੱਤਰ ਐਤਕੀ ਨਹੀਂ ਲੈਣੇ, ਜ਼ਿਲ੍ਹਾ ਹੈੱਡਕੁਆਟਰ ਤੋਂ ਪੇਪਰ ਲੈਣੇ ਨੇ। ਮੈਂ ਥੋੜਾ ਜਿਹਾ ਇਹਦੇ ਨਾਲ ਰਿਪੀਟ ਕਰ ਦਿਆਂ ਕਿ ਸਾਡੀ ਜਿਹੜੀ ਪ੍ਰਸ਼ਨ ਪੱਤਰ ਭੇਜਣ ਦੀ ਵਿਧੀ ਹੈਗੀ ਹੈ ਉਹ ਸਾਡੇ ਇੱਥੋਂ 9 ਤਰੀਕ ਤੋਂ ਜਾਣਗੇ।
10ਵੀਂ ਤੇ 12ਵੀਂ ਦੇ 9 ਦਸੰਬਰ ਨੂੰ ਹੈੱਡਕੁਆਟਰ ਤੋਂ ਪੇਪਰ ਸਾਡੇ ਜ਼ਿਲ੍ਹਾ ਮੈਨੇਜਰ ਤੋਂ ਜਾਣਗੇ। ਐਂਡ ਪੇਪਰ ਕਦੋਂ ਲੈਣੇ ਨੇ? 10 ਤੇ 11 ਤਰੀਕ ਨੂੰ ਤੁਸੀਂ ਸਾਡੇ ਜਿਹੜੇ ਸਹਿਬਾਨ ਸੈਂਟਰ ਕੰਟਰੋਲਰ ਨੇ ਉਹਨਾਂ ਨੇ ਜ਼ਿਲ੍ਹਾ ਮੈਨੇਜਰ ਤੋਂ 10 ਤੇ 11 ਤਰੀਕ ਨੂੰ ਪ੍ਰਸ਼ਨ ਪੱਤਰ ਆਪੋ ਆਪਣੇ ਸੈਂਟਰਾਂ 'ਚ ਲੈ ਕੇ ਜਾਣੇ ਨੇ। ਐਂਡ ਉਹਨਾਂ ਨੂੰ ਸੇਫ ਕਸਟਡੀ 'ਚ ਉਸੇ ਤਰ੍ਹਾਂ ਹੀ ਰੱਖਣਾ ਹੈ ਜਿਵੇਂ ਪੰਜਾਬ ਸਿੱਖਿਆ ਬੋਰਡ ਦੇ ਪ੍ਰਸ਼ਨ ਪੱਤਰ 2013 ਤੱਕ ਤੁਸੀਂ ਆਪਣੇ ਸੈਂਟਰ ਕੰਟਰੋਲਰ ਆਪਣੀ ਸੇਫ ਕਸਟਡੀ ਦੇ ਵਿੱਚ ਰੱਖਦੇ ਸੀ। ਪੇਪਰ ਹੈਂਡਓਵਰ ਕਰਨ ਦਾ ਤਰੀਕਾ ਸੈਂਟਰ ਸੁਪਰਡੈਂਟ ਨੂੰ ਉਹੀ ਹੋਏਗਾ ਜਿਵੇਂ ਪੇਪਰ ਦੀ ਗੁਪਤਤਾ ਦੀ ਮੱਦੇਨਜ਼ਰ ਆਪਾਂ ਰੱਖਦੇ, ਮਰਿਆਦਾ ਕਾਇਮ ਰੱਖਦੇ ਹੋਏ ਉਹ ਪ੍ਰਸ਼ਨ ਪੱਤਰ ਆਪਾਂ ਦਿੰਦੇ ਸੀ। ਉਹ ਲਿਖਤ ਪੜਤ ਉਸੇ ਤਰ੍ਹਾਂ ਹੋਣੀ ਹੈ। ਉਹ ਸਾਰੀਆਂ ਇਨਸਟਰਕਸ਼ਨ ਤੁਹਾਨੂੰ ਮਿਲ ਜਾਣਗੀਆਂ। ਕਦੋਂ ਪਾਈਆਂ ਨੇ? ਕੱਲ ਤੁਹਾਨੂੰ ਸਕੂਲ ਆਫਿਸ ਚ ਨੇ। ਕੱਲ ਪ੍ਰੀਖਿਆ ਕੇਂਦਰ ਜਿਹੜੇ ਕੰਟਰੋਲਰ ਨੇ ਉਹਨਾਂ ਦੀ ਸਕੂਲ ਲੌਗਇਨ ਦੇ ਵਿੱਚ ਇਹ ਸਾਰੀ ਜਿਹੜੀ ਮੈਂ ਬੋਲ ਰਿਹਾ ਵਿਧੀ ਵਿਧਾਨ ਕੱਲ ਜਿਹੜਾ ਐਤਵਾਰ ਲੰਘ ਗਿਆ ਯੈਸਟਰਡੇ ਉਹ ਸਾਰਾ ਪਾਇਆ ਜਾ ਚੁੱਕਿਆ। ਉਹਨੂੰ ਕਿਰਪਾ ਕਰਕੇ ਧਿਆਨ ਨਾਲ ਪੜਨ ਦੀ ਖੇਚਲ ਕਰੋ ਜੀ। ਸੈਂਟਰ ਤੁਸੀਂ 11 ਤਰੀਕ ਨੂੰ ਓਪਨ ਕਰਨੇ ਨੇ। ਅਗਲਾ ਸੈਕੰਡ ਪ੍ਰਸ਼ਨ ਜੀ। ਅੱਛਾ, ਮੈਂ ਇੱਕ ਗੱਲ ਸ਼ੇਅਰ ਕਰ ਲਵਾਂ ਜੀ। 5ਵੀਂ ਤੇ 8ਵੀਂ ਦੇ ਜਿਹੜੇ ਪ੍ਰਸ਼ਨ ਪੱਤਰ ਨੇ ਉਹ 16-12 ਨੂੰ ਜਾਣਗੇ ਜ਼ਿਲ੍ਹਾ ਮੈਨੇਜਰਾਂ ਕੋਲ। ਜਿਸ ਦੀ ਵੰਡ ਜਿਹੜੀ ਹੋਣੀ ਹੈ ਉਹ 17 ਤੇ 18 ਤਰੀਕ ਨੂੰ। ਤੁਹਾਡੇ ਲਈ ਡੇਟ ਹੈਗੀ ਹੈ 17 ਦਸੰਬਰ ਤੇ 18 ਦਸੰਬਰ। 5ਵੀਂ ਤੇ 8ਵੀਂ ਦੇ ਪ੍ਰਸ਼ਨ ਪੱਤਰ ਜ਼ਿਲ੍ਹਾ ਮੈਨੇਜਰਾਂ ਤੋਂ ਤੁਸੀਂ ਕਲੈਕਟ ਕਰਨੇ ਨੇ। ਸੇਮ ਪ੍ਰੋਸੀਜਰ ਹੈ ਜੀ। ਅਗਲਾ ਪ੍ਰਸ਼ਨ ਜੀ ਬੋਲੋ ਸਰ। ਨੈਕਸਟ ਕੁਐਸਚਨ ਹੈਗਾ ਕਿ ਜਿਹੜੇ ਡਿਫਰੈਂਟਲੀ ਏਬਲਡ ਬੱਚੇ ਨੇ ਜੇਕਰ ਉਹਨਾਂ ਕੋਲ ਸਰਟੀਫਿਕੇਟ ਨਹੀਂ ਹੈ ਕਿਸੇ ਕੋਲ ਤਾਂ ਉਹ ਕਿੱਥੇ ਐਗਜ਼ਾਮ ਦੇਣਗੇ? ਔਰ ਨਹੀਂ, ਜੇਕਰ ਉਹ ਡਿਫਰੈਂਟ ਏਬਲਡ ਨੇ ਜਿਸ ਤਰ੍ਹਾਂ ਕਿ ਆਪਣੀ ਪ੍ਰੋਬਲਮ 40% ਤੋਂ ਜਿਹੜੇ ਉੱਪਰ ਵਾਲੇ ਨੇ ਜੋ ਸੈਲਫ ਸੈਂਟਰ ਤੇ ਆਪੇ ਹੋਣਾ ਜੀ। ਨਹੀਂ, ਦਾ ਕੁਐਸਚਨ ਇਜ਼ ਦਿਸ ਕਿ ਜੇਕਰ ਉਸ ਕੋਲ ਸਰਟੀਫਿਕੇਟ ਨਹੀਂ ਹੈ ਉਹ ਸੈਂਟਰ ਦੇ ਵਿੱਚ ਫੋਟੋਕਾਪੀ ਹੋਊਗਾ ਸਰ ਜੀ। 40% ਤੋਂ ਉੱਪਰ ਆ ਉਹ ਸੈਲਫ ਸੈਂਟਰ ਹੈ। ਟਰਕੇ ਥੱਲੇ ਆ ਉਹਨਾਂ ਨੇ ਆਪਣੇ ਦੂਜੇ ਸੈਂਟਰ ਵਾਲੇ ਹੁੰਦੇ 40 ਤੋਂ ਉੱਪਰ ਨੂੰ ਕਮਾਉਂਦੇ ਆ। ਮੈਂ ਇਹਦੇ ਬਾਰੇ ਜਿਹੜੀ ਗੱਲ ਕਰਾਂ, ਇਹ ਇੱਕ ਸਾਨੂੰ ਪਰਸੋਂ ਕੋਈ ਇਨਸਟਰਕਸ਼ਨਸ ਹੋਰ ਆਈਆਂ ਸੀ ਭਾਰਤ ਸਰਕਾਰ ਦੀਆਂ। ਉਹ ਮੈਂ ਉਹਨੂੰ ਕੱਲ ਭਾਵੇਂ ਮੈਂ ਸਟੱਡੀ ਕੀਤਾ ਹੈ ਉਹਨੂੰ ਅਸੀਂ ਫਾਈਲ ਤੇ ਲਿਆ ਕੇ ਤੁਹਾਨੂੰ ਸ਼ਾਮ ਤੱਕ ਸਕੂਲ ਲੌਗਇਨ ਦੇ ਵਿੱਚ ਇਹਦੀ ਪ੍ਰੋਪਰ ਸੂਚਨਾ ਪਾਵਾਂਗੇ ਕਿ ਜਿਹੜੇ ਡਿਫਰੈਂਟਲੀ ਏਬਲਡ ਬੱਚੇ ਨੇ ਇਹਨਾਂ ਦੀ 5ਵੀਂ ਦੇ ਪੇਪਰ ਤਾਂ ਉੱਥੇ ਹੀ ਹੋਣੇ ਨਾ ਸਕੂਲ ਦੇ ਵਿੱਚ। 8ਵੀਂ 10ਵੀਂ 12ਵੀਂ ਦਾ ਪ੍ਰਸ਼ਨ ਰਹਿ ਗਿਆ ਕਿ ਇਹ ਸੰਬੰਧਿਤ ਜਿਹੜਾ ਸਕੂਲ ਦਾ ਬੱਚਾ ਉੱਥੇ ਪੇਪਰ ਹੋਣੇ ਨੇ ਜਾਂ ਅਸੀਂ ਜਿਹੜੇ ਸੈਂਟਰ ਬਣਾਏ ਨੇ ਉੱਥੇ ਹੋਣੇ ਨੇ। ਇਹਨਾਂ ਦੋਨਾਂ 'ਚ ਇੱਕ ਨੀਤੀ ਅਸੀਂ ਸ਼ਾਮ ਤੱਕ ਤੁਹਾਨੂੰ ਕਲੀਅਰ ਕਰਕੇ ਦੇਵਾਂਗੇ। ਨੰਬਰ 1। ਨੰਬਰ ਦੂਜਾ, ਜੇ ਤਾਂ ਸੈਂਟਰ 'ਚ ਪੇਪਰ ਹੋਇਆ ਫਿਰ ਤਾਂ ਪ੍ਰਸ਼ਨ ਪੱਤਰ ਉੱਥੇ ਮਿਲ ਜਾਣਾ ਹੈ। ਜੇ ਸੈਂਟਰ ਤੁਹਾਡਾ ਸਕੂਲ ਉਹਨਾਂ ਡਿਫਰੈਂਟ ਏਬਲ ਲਈ ਬਣ ਗਿਆ ਤਾਂ ਅਸੀਂ ਪ੍ਰਸ਼ਨ ਪੱਤਰ ਦੀ ਨੀਤੀ ਵੀ ਸ਼ਾਮ ਤੱਕ ਤੁਹਾਨੂੰ ਸਕੂਲ ਲੌਗਇਨ ਦੇ ਵਿੱਚ ਪਵਾ ਕੇ ਤੁਹਾਨੂੰ ਸੂਚਿਤ ਕਰਾਂਗੇ ਜੀ। ਇਨ ਕੇਸ ਜੇ ਫਿਰ ਵੀ ਤੁਹਾਡੀ ਪ੍ਰਸ਼ਨ ਪੱਤਰ ਨਾ ਇਸ ਪ੍ਰਸ਼ਨ ਇਸ ਸੰਬੰਧੀ ਕਲੀਅਰ ਨਾ ਹੋਵੇ ਤਾਂ ਸਾਡਾ ਜਿਹੜਾ ਡਿਪਟੀ ਸੈਕਟਰੀ ਨੇ +2 ਦੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 0172 52 27 114। ਆਪਾਂ ਕਲੀਅਰ ਕਰ ਲਈਏ। ਹਾਂਜੀ। ਮੈਨੂੰ ਬੜੀ ਇੱਕ ਖੁਸ਼ੀ ਹੋਈ ਹੈ, ਸਾਡੀ ਟੈਕਨੀਕਲ ਟੀਮ ਹੈ ਉਹ ਵੀ ਤੁਹਾਡੀ ਹਰੇਕ ਸੁਵਿਧਾ ਦੇ ਲਈ ਯਤਨਸ਼ੀਲ ਹੈ। ਹੁਣੇ ਮੈਨੂੰ ਕਿਹਾ ਗਿਆ ਹੈ ਕਿ ਜਿਹੜਾ ਇਹ ਅੱਜ ਦੀ ਆਪਣਾ ਕੁਐਸਚਨ ਉੱਤਰ ਆਪਸ ਵਿੱਚ ਆਪਾਂ ਸਾਂਝੇ ਕਰ ਰਹੇ ਹਾਂ ਉਹ YouTube ਬਣਾ ਕੇ ਤੁਹਾਡੇ ਨਾਲ ਵੀ ਸਾਂਝਾ ਕਰਨਗੇ ਜੀ। ਸਰ ਹਾਂਜੀ, ਇੱਕ ਸਭ ਨੂੰ ਰਿਕੁਐਸਟ ਹੈ ਅਗਰ ਕੋਈ ਤੁਹਾਡੀ ਕੁਐਰੀ ਕੋਈ ਸਾਡੇ ਰਿਕਾਰਡ ਬੇਸ ਹੋਈ, ਜਿਸ ਤਰ੍ਹਾਂ ਕਈਆਂ ਦੀ ਕੁਐਰੀ ਹੈਗੀ ਹੈ ਕਿ ਸਾਡੇ ਕੋਈ ਬੱਚੇ ਕੱਟ ਲਿਸਟ 'ਚ ਸ਼ੋ ਨਹੀਂ ਹੋ ਰਹੇ, ਉਹਨਾਂ ਦੀ ਐਰਰ ਸ਼ੋ ਨਹੀਂ ਹੋ ਰਹੀ, ਤਾਂ ਮੇਰੇ ਕੋਲ ਉਹਨਾਂ ਦੇ ਫ਼ੋਨ ਨੰਬਰ ਆ ਗਏ ਨੇ ਤੇ ਮੈਂ ਉਸ ਤੋਂ ਬਾਅਦ ਇਹ ਕੋਸ਼ਿਸ਼ ਹੋਵੇਗੀ ਕਿ ਅਗਰ ਇੱਥੇ ਕੁਐਰੀ ਉਹ ਨਹੀਂ ਸੋਲਵ ਹੋਏਗੀ, ਰਿਕਾਰਡ ਚੈੱਕ ਕੇ ਸੋਲਵ ਕਰਨੀ ਹੋਈ ਤਾਂ ਤੁਹਾਨੂੰ ਅਸੀਂ ਬਾਅਦ ਵਿੱਚ ਉਸ ਫ਼ੋਨ ਨੰਬਰ 'ਤੇ ਉਸ ਦਾ ਜਵਾਬ ਜਿਹੜਾ ਦੇ ਦਿੱਤਾ ਜਾਏਗਾ। ਇਸ ਸੰਬੰਧੀ ਕੋਈ ਟੈਨਸ਼ਨ ਨਹੀਂ ਹੋਏਗੀ। ਇਸ ਤੋਂ ਇਲਾਵਾ ਹੁਣ ਜਿਹੜੀ ਕੁਐਰੀ ਹੈ ਉਹ ਮੈਮ ਗੱਲ ਇਹ ਹੈ ਕਿ 2 ਪੇਪਰਾਂ ਵਿਚਕਾਰ ਬ੍ਰੇਕ ਹੋਵੇਗੀ ਤੇ ਇਹ ਮੇਰੇ ਖਿਆਲ 'ਚ ਸਾਡਾ ਸਾਰਾ ਜਿਹੜਾ ਉਹ ਡੇਟ ਸ਼ੀਟ ਦੇ ਉੱਪਰ ਹੈਗਾ। ਕੀ ਤੁਸੀਂ ਕਲੀਅਰ ਬ੍ਰੇਕ ਬਾਅਦ ਕਿੰਨੇ ਮਿੰਟ 15 ਮਿੰਟ ਦੀ 15 ਮਿੰਟ ਦੀ
ਮੈਡਮ ਅਮਰਜੀਤ ਤੁਹਾਡੇ ਨਾਲ ਕੱਲ ਪੁਆਇੰਟ ਸਾਂਝਾ ਕਰਨਾ ਚਾਹੁੰਦੇ ਨੇ ਕਿ ਜਦੋਂ ਇੱਕ ਦਿਨ ਵਿੱਚ 2 ਪੇਪਰ ਹੋਣੇ ਨੇ ਤਾਂ ਉਹਦੇ 'ਚ ਗੈਪ ਕਿੰਨਾ ਹੋਏਗਾ, ਜੇ ਕਿਤੇ 2 ਤੋਂ ਵੱਧ ਪੇਪਰ ਹੁੰਦੇ ਨੇ ਤੇ ਉਹਦੇ ਬਾਰੇ ਸਾਡੀ ਕੀ ਨੀਤੀ ਉਹ ਸਾਂਝਾ ਕਰਨਗੇ ਜੀ। 15 ਮਿੰਟ ਦੀ ਗੈਪ ਹੋਏਗੀ, ਇੱਕ ਪੇਪਰ ਹੋਣ ਤੋਂ ਬਾਅਦ ਆ ਦੂਸਰੇ ਪੇਪਰ ਦੇ ਵਿੱਚ 15 ਮਿੰਟ ਦੀ ਗੈਪ ਹੋਏਗੀ। ਅੱਛਾ, ਜੇ ਕਿਸੇ ਬੱਚੇ ਦਾ ਮਤਲਬ ਇੱਕ ਦਿਨ ਚ 12ਵੀਂ ਦੇ ਕੇਸ ਚ ਸਪੋਜ਼ ਕਿਸੇ ਬੱਚੇ ਦੇ 3 ਪੇਪਰ ਇੱਕੇ ਦਿਨ ਪੈ ਰਹੇ ਆ ਤੇ ਉਹ ਤੀਸਰਾ ਪੇਪਰ ਜਿਹੜਾ ਹੋਗਾ ਉਹ 7 ਜਨਵਰੀ ਨੂੰ ਲਿਆ ਜਾਊਗਾ। ਜੀ ਮੈਮ ਇੱਕ ਕੁਐਰੀ ਹੈ, ਵੋਕੇਸ਼ਨਲ ਗਰੁੱਪ ਦੇ ਵਿੱਚ ਡੇਟ ਸ਼ੀਟ ਅਨੁਸਾਰ 15 12 ਤੇ 21 ਨੂੰ ਸੇਮ ਡੇ ਪੇਪਰ ਹੈ ਤੇ ਇਹ ਕੀ ਪੋਸੀਬਲ ਹੈ? ਇਸ ਸੰਬੰਧੀ ਜਰਾ ਉਹਨਾਂ ਨੂੰ ਸਪਸ਼ਟ ਕਰਨਾ। ਸਕਰੀਨ ਵਿੱਚ ਲੈ ਰਹੇ ਹਾਂ। ਹਾਂਜੀ ਮੈਮ, ਇਹ ਕਲੀਅਰ ਕਰਨਾ ਚਾਹੀਏ, ਵੋਕੇਸ਼ਨਲ ਸਟਰੀਮ 'ਚ ਇੱਕ ਬੱਚੇ ਨੇ ਜਿਵੇਂ ਇੱਕ ਟ੍ਰੇਡ ਦੇ ਅਧੀਨ 3 ਵਿਸ਼ੇ ਆ, 3 ਵਿਸ਼ੇ, ਇੱਕ ਵਿਸ਼ਾ ਸਿਰਫ 30 ਨੰਬਰਾਂ ਦਾ ਆ ਤੇ ਉਹਨੂੰ ਜੇ ਆਪਾਂ ਹਾਫ ਸਿਲੇਬਸ ਨਾਲ ਲੈਨੇ ਤੇ ਸਿਰਫ ਉਹ 15 ਨੰਬਰਾਂ ਦਾ ਪੇਪਰ ਰਹਿ ਜਾਂਦਾ ਆ ਤੇ 15 3 ਪੇਪਰ ਬੱਚਾ ਇੱਕ ਦਿਨ ਚ ਦੇਣਾ ਕੋਈ ਮਤਲਬ ਮੁਸ਼ਕਲ ਵਾਲੀ ਗੱਲ ਨਹੀਂ ਆਊਗੀ ਵਿਦਿਆਰਥੀ ਨੂੰ, ਕਿਉਂਕਿ ਬਾਕੀ ਵਿਸ਼ੇ ਵੀ ਉਹ 40 ਕੁਐਸਚਨਾਂ ਦਾ ਉਹ ਦੇ ਹੀ ਰਿਹਾ ਆ ਤੇ ਇੱਥੇ ਸਿਰਫ 45 ਕੁਐਸਚਨਾਂ ਦਾ ਉਹ ਪੇਪਰ ਦੇਗਾ, ਕਿਉਂਕਿ ਇਹਨਾਂ ਦਾ ਥਿਉਰੀ ਪੋਰਸ਼ਨ ਬਹੁਤ ਹੀ ਘੱਟ ਆ, ਸਿਰਫ 30 ਮਾਰਕਸ ਆ ਟੋਟਲ ਸਬਜੈਕਟ ਦਾ ਤੇ ਉਹਨੂੰ ਜੇ ਆਪਾਂ ਡਿਵਾਈਡ ਕਰਦੇ ਤੇ ਉਹ ਸਿਰਫ 15 ਨੰਬਰ ਹੀ ਰਹਿ ਜਾਂਦੇ ਆ। ਇਸ ਕਰਕੇ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਇੱਕ ਅਸੀਂ ਤੁਹਾਡੇ ਨਾਲ ਪੁਆਇੰਟ ਸਾਂਝਾ ਕਰਨਾ ਚਾਹੁੰਦੇ ਆ ਅਮਲਾ, ਕਿਉਂਕਿ ਸਾਡੇ ਡੀਓ ਸਾਹਿਬਾਨ ਵੀ ਅੱਜ ਸ਼ਾਮਲ ਨੇ। ਭਾਵੇਂ ਸਾਡੇ ਲਈ ਸਕੂਲ ਮੁਖੀ ਜਿਹੜੇ ਨੇ ਉਹ ਕਿਉਂਕਿ ਸਕੂਲ ਪੱਧਰ ਤੱਕ ਜਦ ਤੱਕ ਇਫੈਕਟਿਵ ਪੇਪਰ ਸਫਲਤਾਪੂਰਵਕ ਸਕਸੈਸਫੁਲੀ ਨਹੀਂ ਲਿਆ ਜਾ ਸਕਦਾ, ਸਾਡੀ ਚੇਨ ਆਫ ਕਮਾਂਡ ਜਿਹੜੀ ਹੈ ਸਾਡੇ ਲਈ ਸਾਰੇ ਹੀ ਅਧਿਕਾਰੀ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਕੇ ਸਕਸੈਸਫੁਲੀ ਚਲਾਉਣ ਦੇ ਲਈ ਅਸੀਂ ਉਹਨਾਂ ਦੇ ਸਹਿਯੋਗ ਦੀ ਵੀ ਆਸ ਕਰਦੇ ਹਾਂ। ਐਂਡ ਡਿਊਟੀਆਂ ਲਾਉਣ ਦੇ ਉੱਤੇ ਸਾਡੇ ਅਸਿਸਟੈਂਟ ਸੈਕਟਰੀ ਗੁਰਪ੍ਰੇਮ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਜੀ। ਜਿਹੜੀ ਨਿਗਰਾਨ ਅਮਲਾ ਤੇ ਇਨਵਿਜੀਲੇਟਰ ਲਾਉਣੇ ਆ ਉਹ ਡੀਓ ਪੱਧਰ ਤੇ ਲੱਗੇ ਨੇ ਆ, ਕਲਸਟਰ ਵਾਈਜ਼ ABCD ਚੇਂਜ ਕਰਕੇ, ਡਿਪਟੀ ਸੁਪਰਡੈਂਟ ਤੇ ਇਨਵਿਜੀਲੇਟਰ। ਬਾਕੀ ਸੈਂਟਰ ਸੁਪਰਡੈਂਟ, ਆਬਜ਼ਰਵਰ ਤੇ ਡਿਪਟੀ ਕੰਟਰੋਲਰ ਵਿਜੀਲੈਂਸ ਉਹ ਦਫ਼ਤਰ ਵੱਲੋਂ ਜਿਹੜੇ ਡੀਓਜ਼ ਵੱਲੋਂ ਲਿਸਟਾਂ ਸਾਨੂੰ ਆਈਆਂ ਨੇ ਉਹਨਾਂ ਵਿੱਚੋਂ ਦਫ਼ਤਰ ਵੱਲੋਂ ਲਾਏ ਜਾਣਗੇ। ਇਹ ਇਨਵਿਜੀਲੇਟਰ ਤੇ ਡਿਪਟੀ ਸੁਪਰਡੈਂਟ ਲਾਉਣ ਲਈ ਡੀਓਜ਼ ਕਰਨਗੇ। ਕੰਸੋਲੀਡੇਸ਼ਨ ਰਜਿਸਟਰ ਦੀਆਂ ਕੱਲ ਆਨਲਾਈਨ ਭੇਜ ਦਿੱਤੀਆਂ ਗਈਆਂ ਕਾਪੀਆਂ ਸਾਰੀਆਂ ਡੀਓਜ਼, ਆਲ ਡੀਓਜ਼ ਨੂੰ, ਵੀ ਕਿਹੜੇ ਸੈਂਟਰ ਦੇ ਵਿੱਚ ਕਿਹੜਾ ਸਕੂਲ ਬੈਠਾ ਹੈ। ਉਸ ਅਨੁਸਾਰ ਡਿਊਟੀਆਂ 11 ਤਰੀਕ ਕਰਾ ਕੇ ਡੀਓ ਪੋਰਟਲ ਤੇ ਭੇਜੀਆਂ ਜਾਣ। ਮੇਰਾ ਇੱਕ ਵਿਚਾਰ ਹੈ ਗੁਰਪ੍ਰੇਮ, ਇਹ ਬੜੀ ਇੰਪੋਰਟੈਂਟ ਚੀਜ਼ ਹੈ, ਇਹਨੂੰ ਸਹਿਜ ਦੇ ਨਾਲ ਦੁਬਾਰਾ ਇੱਕ ਸਮਝਾਉਣ ਦੀ ਖੇਚਲ ਕਰੋ। ਇਨਵਿਜੀਲੇਟਰ ਡਿਪਟੀ ਸੁਪਰਡੈਂਟ ਡੀਓਜ਼ ਵੱਲੋਂ ਕਲਸਟਰ ਵਾਈਜ਼ ABCD ਅਨੁਸਾਰ ਲਗਾਏ ਜਾਣਗੇ। ਜਿਹੜੇ ਕਲਸਟਰ ਸੈਂਟਰ ਪੈਂਦੇ ਉਹਨਾਂ ਵਿੱਚ ਕੰਸੋਲੀਡੇਸ਼ਨ ਸਮੂਹ ਡੀਓਜ਼ ਨੂੰ ਪਾ ਦਿੱਤਾ ਗਿਆ ਹੈ ਕਿਸ ਸੈਂਟਰ ਦੇ ਵਿੱਚ ਕਿਹੜੇ ਕਿਹੜੇ ਸਕੂਲ ਦੇ ਬੱਚੇ ਬੈਠੇ ਨੇ। ਉਸ ਅਨੁਸਾਰ ਡਿਊਟੀਆਂ ABCD ਅਨੁਸਾਰ ਲਗਾ ਦਿੱਤੀਆਂ ਜਾਣ, ਲਗਾ ਕੇ 11 ਤਰੀਕ ਤੱਕ ਦਿੱਤੀ ਹੋਈ ਵੈਬਸਾਈਟ ਤੇ ਡਾਊਨਲੋਡ ਕਰਤੀਆਂ। ਇਸ ਸੰਬੰਧੀ ਇੱਕ ਲੈਟਰ ਵੀ ਕੱਲ ਅਸੀਂ ਪਾਇਆ ਡੀਓ ਸਮੂਹ ਡੀਓਜ਼ ਨੂੰ, ਉਹਦੇ ਤੇ ਇੱਕ ਨੰਬਰ ਦਿੱਤਾ ਦਫ਼ਤਰ ਵੱਲੋਂ, ਉਸ ਤੇ ਡਿਊਟੀਆਂ ਲਾ ਕੇ ਸਾਰੀ 11 ਤਰੀਕ ਤੱਕ ਸੂਚਨਾ ਦਫ਼ਤਰ ਨੂੰ ਦੇ ਦਿੱਤੀ ਜਾਵੇ। ਥੈਂਕ ਯੂ ਡਾਕਟਰ ਗੁਰਮੀਤ ਕੋ ਹੋਰ ਪ੍ਰਸ਼ਨ ਹੈ ਦੱਸੋ। ਹਾਂਜੀ ਸਰ, ਇਹ ਕਲੀਅਰ ਹੋ ਗਿਆ ਹੋਵੇਗਾ ਤੁਹਾਨੂੰ ਸੈਂਟਰ ਦਾ। ਅਗਰ ਆਪਣਾ ਵੈਬਸਾਈਟ ਚੈੱਕ ਕਰਦੇ ਰਹਿਣਾ ਰਿਕੁਐਸਟ ਹੈ, ਕਿਉਂਕਿ ਅਪਡੇਸ਼ਨਸ ਜਿਹੜੀਆਂ ਨੇ ਲੇਟੈਸਟ ਕੋਈ ਵੀ ਇਨਫੋਰਮੇਸ਼ਨ ਹੈ ਉਹ ਵੈਬਸਾਈਟ ਤੇ ਤੁਰੰਤ ਸਕੂਲ ਲੌਗਇਨ ਤੇ ਪਾ ਦਿੱਤੀ ਜਾਂਦੀ ਹੈ। ਫਿਰ ਵੀ ਕਿਸੇ ਦੀ ਕੋਈ ਕੁਐਰੀ ਰਹਿ ਜਾਏਗੀ ਤਾਂ ਅਸੀਂ ਫੋਨ ਤੇ ਕੁਐਰੀਆਂ ਜਿਹੜੀਆਂ ਇਕੱਠੀਆਂ ਕਰਕੇ ਉਸ ਤੋਂ ਬਾਅਦ ਤੁਹਾਨੂੰ 1 ਬਾਏ 1 ਅਗਰ ਕੋਈ ਨਹੀਂ ਜਿਸ ਦਾ ਜਵਾਬ ਜਿਹੜਾ ਉਹ ਦਿੱਤਾ ਜਾ ਸਕੇਗਾ ਜਾਂ ਕੋਈ ਰਿਕਾਰਡ ਬੇਸ ਹੋਏਗਾ ਤੁਹਾਨੂੰ ਬਾਅਦ 'ਚ ਦੇ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕੁਐਰੀ ਸੀ ਕਿ ਡਿਊਟੀਜ਼ ਜਿਹੜੀਆਂ ਨੇ, ਡਿਊਟੀ ਔਰ ਮਾਰਕਿੰਗ ਕਿਸ ਡਿਊਟੀਜ਼ ਦਾ ਤੁਹਾਨੂੰ ਕਲੀਅਰ ਹੋ ਹੀ ਗਿਆ ਕਿ ਕਿਸ ਲੈਵਲ ਤੇ ਲੱਗਣੀਆਂ ਨੇ, ਮਾਰਕਿੰਗ ਕਿਸ ਲੈਵਲ ਤੇ ਹੋਵੇਗੀ?
ਮੈਂ ਸਪਸ਼ਟ ਕਰਨਾ ਚਾਹਣਾ, ਬੜਾ ਇੰਪੋਰਟੈਂਟ ਕੁਐਸਚਨ ਭਾਵੇਂ ਤੁਸੀਂ ਰੇਜ਼ ਕੀਤਾ ਹੈ। ਇਸ ਵਾਰ ਪਿਛਲੇ ਸਾਲਾਂ ਦੀ ਤੁਲਨਾ ਦੇ ਵਿੱਚ ਪ੍ਰਸ਼ਨ ਪੱਤਰ ਉੱਤਰ ਪੱਤਰੀ ਦੇ ਵਿੱਚ ਵਾਈਸ ਵਰਸਾ ਮੀਨਸ ਇੱਕ ਦੂਸਰੇ ਦੇ ਮਤਲਬ ਵਿਰੋਧਾਭਾਸੀ ਨੇ। ਵਿਰੋਧਾਭਾਸੀ ਦਾ ਮਤਲਬ ਇਹ ਹੈ, ਪਹਿਲਾਂ ਅੱਗੇ ਪ੍ਰਸ਼ਨ ਪੱਤਰ 1 ਜਾਂ 2 ਪੇਜ ਦਾ ਹੁੰਦਾ ਸੀ ਤੇ ਉੱਤਰ ਪੱਤਰੀ 28, 30 ਜਾਂ 32 ਪੇਜ ਦੀ ਹੁੰਦੀ ਸੀ। ਇਸ ਵਾਰ ਜਿਹੜੀ ਪ੍ਰਸ਼ਨ ਪੱਤਰ ਹੈ ਉਹ ਸਾਡਾ ਪ੍ਰਸ਼ਨ ਪੱਤਰੀ ਦੇ ਸ਼ੇਪ ਵਿੱਚ ਹੈ, ਜਿਹਦੇ ਵਿੱਚ 28, 30 ਇਸ ਤਰ੍ਹਾਂ ਦੇ ਵੱਖੋ ਵੱਖਰੇ ਪੇਜ ਹੋ ਸਕਦੇ ਨੇ। ਉੱਤਰ ਪੱਤਰੀ ਜਿਹੜੀ ਬਣਨੀ ਹੈ ਉਹ OMR ਸ਼ੀਟ 1 ਪੇਜ ਦੀ ਹੈ, ਕਿਉਂਕਿ ਉਹਦੇ ਤੇ ਨੰਬਰਿੰਗ ਆਫ ਕੁਐਸਚਨ ਬਣਿਆ ਹੋਇਆ ਹੈ, ABCD ਟਿਕ ਹੋਣੀ ਹੈ। ਐਂਡ ਇਹਦੇ ਵਿੱਚ ਪ੍ਰਸ਼ਨ ਪੱਤਰ ਦੇ ਉੱਤੇ A ਸੀਰੀਜ਼ ਤੇ B ਸੀਰੀਜ਼ 2 ਸੀਰੀਜ਼ ਦੇ ਪ੍ਰਸ਼ਨ ਪੱਤਰ ਹੋਣਗੇ। ਜਿਹੜੀ ਔਡ ਰੋਲ ਨੰਬਰ ਹੈ ਉਹਨੂੰ ਤੁਸੀਂ ਜਿਹੜਾ A ਸੀਰੀਜ਼ ਦੇਣੀ ਹੈ, ਜਿਹੜਾ ਈਵਨ ਰੋਲ ਨੰਬਰ ਹੈ ਉਹਨੂੰ B ਸੀਰੀਜ਼ ਦੇਣੀ। ਸਾਡੀ ਇਨਸਟਰਕਸ਼ਨ ਤੁਹਾਨੂੰ ਪੇਪਰ ਦੇ ਵਿੱਚ ਸੈਂਟਰ ਸੁਪਰਡੈਂਟ ਨੂੰ ਆਉਣਗੀਆਂ। ਇਹ ਉਹਦੇ ਵਿੱਚ ਕਿਉਂਕਿ ਡੀਲ ਦਿਸ ਮੈਟਰ ਵਿਦ ਦਾ ਸੈਂਟਰ ਸੁਪਰਡੈਂਟ, ਡਿਪਟੀ ਸੁਪਰਡੈਂਟ ਐਂਡ ਇਨਵਿਜੀਲੇਟਰ ਦੋਜ਼ ਹੂ ਆਰ ਡਿਪਿਊਟਡ ਇਨਸਾਈਡ ਟੂ ਕੰਡਕਟ ਦਾ ਐਗਜ਼ਾਮ ਸਮੂਥਲੀ। ਐਂਡ ਜਿੱਥੇ ਤੱਕ ਮਾਰਕਿੰਗ ਦਾ ਕੁਐਸਚਨ ਹੈ, ਕਿਉਂਕਿ OMR ਸ਼ੀਟ ਹੈ, ਉਹਨੇ ਕਾਪੀ ਨੇ ਸਕੈਨ ਹੋਣਾ ਹੈ, ਉਹ ਸਾਰਾ ਮਕੈਨੀਕਲ ਵਰਕ ਹੈ, ਹੈੱਡਕੁਆਟਰ ਤੇ ਹੋਣਾ ਹੈ। ਉੱਤਰ ਪੱਤਰੀ ਸਾਡੇ ਅਧਿਆਪਕ ਸਾਹਿਬਾਨਾਂ ਵੱਲੋਂ ਜਿਹੜੀ ਟਰਮ 1 ਪ੍ਰੀਖਿਆਵਾਂ ਨੇ ਉਹ ਅਵੈਲਿਊਟ ਨਹੀਂ ਹੋਣੀ ਹੈ, ਕਿਉਂਕਿ ਆਬਜੈਕਟਿਵ ਪੇਪਰ ਹੈ। ਐਂਡ ਤੁਹਾਡਾ ਜਿਹੜਾ ਯਤਨ ਹੈ, ਇਹਦੇ ਯਤਨ ਦੀ ਅਸੀਂ ਪ੍ਰਸ਼ੰਸਾ ਵੀ ਕਰਦੇ ਹਾਂ ਤੇ ਇਹਦਾ ਅਸੀਂ ਸਹਿਯੋਗ ਤੁਹਾਡੇ ਕੋਲੋਂ ਮਾਰਚ ਦੀਆਂ ਪ੍ਰੀਖਿਆਵਾਂ 'ਚ ਲਵਾਂਗੇ ਜੀ। ਇਸ ਤੋਂ ਇਲਾਵਾ ਇੱਕ ਤਾਂ ਸਰ 2-3 ਫੋਨ ਨੰਬਰ ਤੋਂ ਆ ਰਿਹਾ ਕਿ ਉਹਨਾਂ ਦਾ ਸੰਪਰਕ ਜਿਹੜਾ ਉਹ ਨਹੀਂ ਬਣ ਰਿਹਾ ਹੈਗਾ, ਵਾਰ-ਵਾਰ ਆ ਰਿਹਾ। ਕਿਹੜੇ ਜ਼ਿਲ੍ਹੇ ਦੇ ਨੇ ਜੀ? ਸਰ ਇੱਕ ਨੰਬਰ ਆਏ ਨੇ ਸਰ। ਨੰਬਰ ਆਏ ਨੇ ਹਾਂਜੀ ਡਾਕਟਰ ਗੁਰਮੀਤ, ਜਿਸ ਨੰਬਰ ਤੋਂ ਆਪਾਂ ਨੂੰ ਆਇਆ ਹੈ ਕਿ ਉਹਨਾਂ ਦਾ ਸੈਟੇਲਾਈਟ ਦਾ ਲਿੰਕ ਨਹੀਂ ਬਣਿਆ ਪੈਣ ਦਾ ਭਾਵ ਇਹ ਹੈ ਜੀ। ਨਹੀਂ ਉਹਦੇ ਚ ਪ੍ਰੋਬਲਮ ਮੈਂ 2 ਗੱਲਾਂ ਕਰਨੀਆਂ ਚਾਹਾਂਗਾ। ਜਿਸ ਨੰਬਰ ਤੋਂ ਤੁਹਾਡਾ ਸਾਡੇ ਕੋਲ ਨੰਬਰ ਆ ਗਿਆ, ਆਈ ਵਿਲ ਰਿਕੁਐਸਟ ਟੂ ਮਾਈ ਡਿਪਟੀ ਸੈਕਟਰੀ ਕਿ he will get the number from our concerned deputy secretary and share all the points with you। ਤੁਹਾਡੀ ਜਿੰਨੀਆਂ ਕਿਊਰੀਜ਼ ਨੇ ਇਸ 2-3 ਸਕੂਲਾਂ ਦੀਆਂ ਜਿਨ੍ਹਾਂ ਦਾ ਇਹ ਸੈਟੇਲਾਈਟ ਦੇ ਰਾਹੀਂ ਅੱਜ ਲਿੰਕ ਨਹੀਂ ਹੋਇਆ ਹੈ, ਉਹਨਾਂ ਨੂੰ ਇਹਦੇ ਰਾਹੀਂ ਉੱਤਰ ਦਿੱਤੇ ਜਾਣਗੇ। ਨੰਬਰ 2, ਸਪਲੀਮੈਂਟਰੀ ਜਿਹੜੀ ਇਨਫੋਰਮੇਸ਼ਨ ਹੈ YouTube ਤੇ ਵੀ ਦਿੱਤੀ ਜਾਣੀ ਹੈ ਅੱਜ ਦੀ। ਤੀਸਰਾ, ਅਸੀਂ ਤੁਹਾਨੂੰ ਕੰਟਰੋਲ ਰੂਮ ਦੀ ਗੱਲ ਵੀ ਕਹੀ ਹੈ। ਚੌਥਾ, ਤੁਹਾਡੇ ਕੋਲ ਸਾਡੇ ਟੋਲ ਫ੍ਰੀ ਜਿਹੜੀਆਂ ਸਾਡੇ ਨੰਬਰ ਚੱਲ ਰਹੇ ਨੇ ਉਹ ਚੱਲਣੇ ਨੇ, ਨਾਲ ਸਾਡੀ ਬੋਰਡ ਦੀਆਂ ਮੇਲ ID ਨੇ। ਤੁਸੀਂ ਜਿਹੜੀ ਵੀ ਕਿਊਰੀ ਹੋਵੇ ਕੋਸ਼ਿਸ਼ ਕਰੋ ਕਿ ਮੇਲ ID ਰਾਹੀਂ, ਫੋਨ ਦੀ ਬਜਾਏ ਮੇਲ ID ਰਾਹੀਂ ਪਹੁੰਚਾਓ, ਤਾਂ ਜੋ ਸਾਡਾ ਵੀ ਰਿਟਰਨ ਰਿਕਾਰਡ ਰਵੇ। ਕੋਈ ਨੀਤੀਗਤ ਮੈਟਰ ਹੋਵੇ ਅਸੀਂ ਨੂੰ ਪ੍ਰੋਪਰ ਫਾਈਲ ਬਣਾ ਕੇ ਤੁਹਾਨੂੰ ਸੂਚਿਤ ਕਰ ਸਕੀਏ। ਮੇਰੀ ਇੱਕ ਤੁਹਾਨੂੰ ਬੇਨਤੀ ਇਹ ਹੈ ਕਿ ਸਕੂਲ ਇੱਕ ਦੇ ਵਿੱਚ ਪੇਪਰ ਜੇ ਕਰਾਉਣਾ ਹੋਵੇ ਤਾਂ ਉਹਦੇ ਵਿੱਚ ਪ੍ਰੈਕਟੀਕਲ ਆਪੋ ਆਪਣੇ ਵਿਜ਼ਨ ਦੇ ਨਾਲ ਕਰਾ ਸਕਦੇ ਹਾਂ, ਬਟ ਜਦੋਂ ਸਾਡੇ ਹਜ਼ਾਰਾਂ ਸਕੂਲ ਪੇਪਰ ਹੁੰਦੇ ਨੇ ਫਿਰ ਸਾਨੂੰ ਯੂਨੀਫਾਰਮਿਟੀ ਦੇ ਵਿੱਚ ਨੀਤੀ ਬਣਾਉਣੀ ਪੈਂਦੀ। ਉਸ ਨੀਤੀ ਦੇ ਉੱਤੇ ਸਾਨੂੰ ਲਿਖਤੀ ਕਾਰਵਾਈ ਕਰਕੇ ਹੀ ਤੁਹਾਨੂੰ ਕਮਿਊਨੀਕੇਟ ਕੀਤਾ ਜਾਂਦਾ ਹੈ। ਇਸ ਦੇ ਖਾਤਰ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਸਾਨੂੰ ਤੁਸੀਂ ਆਪਣਾ ਜਿਹੜਾ ਵੀ ਕੋਈ ਤੁਹਾਡਾ ਪ੍ਰਸ਼ਨ ਰਹਿ ਜਾਵੇ ਉਹਦੀ ਕਿਊਰੀਜ਼ ਜਿਹੜੀ ਹੈ ਉਹ ਮੇਲ ID ਰਾਹੀਂ ਭੇਜਣ ਦੀ ਖੇਚਲ ਕਰੋ ਜੀ। ਇੱਕ ਬੜਾ ਮੈਨੂੰ ਸੈਕ ਸਕੱਤਰ ਆਈ ਐਮ ਥੈਂਕਫੁਲ ਕਿ ਹੀ ਸਪੋਰਟਿੰਗ ਅਸ। ਇੱਕ ਖੇਤਰ 'ਚ ਬੜਾ ਪ੍ਰਸ਼ਨ ਜਨਰਲੀ ਤੌਰ ਤੇ ਪਿਛਲੇ ਦਿਨਾਂ 'ਚ ਵੀ ਆਇਆ ਸੀ ਐਂਡ ਅਸੀਂ ਉਹਦੇ ਲਈ ਬੋਰਡ ਦੀ ਵੈਬਸਾਈਟ ਤੇ ਵੀ ਪਾਇਆ, ਵਾਰੀ-ਵਾਰੀ ਡੇਟਸ਼ੀਟ ਵਿੱਚ ਵੀ ਲਿਖਿਆ, ਪ੍ਰੈਸ ਰਿਲੀਜ਼ ਵੀ ਜਾਰੀ ਕੀਤੇ ਨੇ। ਐਂਡ ਮੈਂ ਦੁਬਾਰਾ ਅੱਜ ਕਲੀਅਰ ਕਰ ਦਿਆਂ ਸਕੂਲ ਮੁਖੀਆਂ ਨੂੰ ਕਿ ਇਹ ਪ੍ਰੀਖਿਆ ਜਿਹੜੀ ਹੋਣੀ ਹੈ ਇਹ ਰੈਗੂਲਰ ਪ੍ਰੀਖਿਆ, ਜਿਹੜੇ ਵਿਦਿਆਰਥੀ ਤੁਹਾਡੇ ਕੋਲ ਪੜ੍ਹ ਰਹੇ ਨੇ ਸਕੂਲ ਨਾਲ ਰਜਿਸਟਰਡ ਨੇ, ਇਹ ਉਹਨਾਂ ਦੀ ਹੋਣੀ ਹੈ। ਓਪਨ ਸਕੂਲ ਪ੍ਰੀਖਿਆਰਥੀ ਜਿਹੜੇ ਪਹਿਲੇ ਸਾਲ ਇਸ ਵਾਰੀ ਅਪੀਅਰ ਤੁਹਾਡੇ ਕੋਲ ਹੋਏ ਨੇ ਜਾਂ ਰਜਿਸਟਰਡ ਹੋਏ ਨੇ, ਉਹਨਾਂ ਦੀ ਪ੍ਰੀਖਿਆ ਟਰਮ 1 ਦੀ ਨਹੀਂ ਲਈ ਜਾਣੀ, ਉਹ ਐਨੂਅਲ ਪ੍ਰੀਖਿਆ ਦੇ ਵਿੱਚ ਪਾਰਟਿਸਿਪੇਟ ਕਰਨਗੇ। ਇਹ ਸਿਰਫ ਰੈਗੂਲਰ ਪ੍ਰੀਖਿਆਰਥੀ ਜਿਹੜੇ ਨੇ ਸਾਡਾ 3 ਲੱਖ, ਮੈਂ ਗਿਣਤੀ ਦੱਸ ਦੇਣਾ ਥੋੜੀ ਜੀ, ਕਿੱਥੇ ਕਰ ਦਿਓ। ਤੁਹਾਨੂੰ ਇੱਕ ਗੱਲ ਦੀ ਖੁਸ਼ੀ ਹੋਏਗੀ ਕਿ ਸਾਡੇ ਜਿਹੜੇ 5ਵੀਂ ਦੇ ਨੇ ਕੁੱਲ ਵਿਦਿਆਰਥੀ, ਆਈ ਹੈਵ ਦਾ ਡਾਟਾ ਆਫ 3,22,254, 8ਵੀਂ ਦਾ 3,18,267, 10ਵੀਂ ਦੇ 3,23,105 ਤੇ 12ਵੀਂ ਦੇ 3,06,594। ਕਹਿਣ ਦਾ ਮਤਲਬ ਤੁਹਾਡੇ ਸਹਿਯੋਗ ਦੇ ਨਾਲ ਬੋਰਡ ਨੇ ਤਕਰੀਬਨ 13 ਲੱਖ ਬੱਚੇ ਦਾ ਆਪਾਂ ਪੇਪਰ 13 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਕਰਾਉਣਾ ਹੈ। ਅਸੀਂ ਤੁਹਾਡੀ ਸੁਵਿਧਾ ਨੂੰ ਖਿਆਲ 'ਚ ਰੱਖਦੇ ਹੋਏ, ਦਸੰਬਰ ਦੀਆਂ ਛੁੱਟੀਆਂ ਨੂੰ ਖਿਆਲ 'ਚ ਰੱਖਦੇ ਹੋਏ, ਤੁਹਾਨੂੰ ਕਿਸ ਤਰ੍ਹਾਂ ਤਕਲੀਫ ਨਾ ਹੋਵੇ,
ਇਹ ਇੱਕ ਇਸ ਫਿਕਸ ਸ਼ਡਿਊਲ ਦੇ ਵਿੱਚ ਪੇਪਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਵਿੱਚ ਹੀ ਸਾਡੇ ਕਈ ਧਾਰਮਿਕ ਜੋੜ ਮੇਲੇ ਜਿਹੜੇ ਨੇ ਉਹ ਵੀ ਵਿੱਚ ਹੈਗੇ ਨੇ, ਅਸੀਂ ਉਹਨਾਂ ਨੂੰ ਵੀ ਨਜ਼ਰ 'ਚ ਰੱਖਿਆ ਹੈ। ਕੋਵਿਡ ਦਾ ਵੀ ਜਿਸ ਤਰੀਕੇ ਅਸੀਂ ਸਾਵਧਾਨੀਆਂ ਵਰਤਣੀਆਂ ਨੇ, ਕੋਵਿਡ ਦੀ ਹਦਾਇਤਾਂ ਸੈਂਟਰ ਦੇ ਵਿੱਚ ਲਾਗੂ ਕੀਤੀਆਂ ਜਾਣ। ਅਸੀਂ ਇਸੇ ਕਰਕੇ ਹੀ ਡੀਓ ਸਾਹਿਬਾਨ ਨੂੰ ਇੱਕ ਬੇਨਤੀ ਕੀਤੀ ਸੀ ਕਿ ਜਿਹੜਾ ਇਨਵੀਜੀਲੇਟਰ ਲਾਉਣਾ ਉਹ ਨੰਬਰ ਪਿੱਛੇ ਨਾ ਲਾਇਆ ਜਾਵੇ ਵੀ 25 ਬੱਚੇ ਪਿੱਛੇ ਲਾਉਣਾ ਜਾਂ 20 ਬੱਚੇ ਪਿੱਛੇ ਲਾਉਣਾ। ਕਈ ਕਮਰੇ ਛੋਟੇ ਵੱਡੇ ਹੁੰਦੇ ਨੇ, ਪਰ ਉੱਥੇ ਜਿਹੜੀ ਦੂਰੀ ਹੈ 6 ਫੁੱਟ ਦੀ, ਬੱਚੇ ਨੂੰ ਦੂਰੀ ਬਿਠਾ ਕੇ ਉਸ ਤਰ੍ਹਾਂ ਦਾ ਪੇਪਰ ਲਿਆ ਜਾਵੇ, ਸੈਨੀਟਾਈਜ਼ਰ ਵਰਤ ਕੇ, ਸਾਫ਼ ਸਫਾਈ ਕਰਕੇ। ਐਂਡ ਕੋਸ਼ਿਸ਼ ਇਹ ਹੋਵੇ ਕਿ ਜਿਹੜਾ ਸਾਡਾ ਇਨਵੀਜੀਲੇਟਰ ਸਟਾਫ ਹੈ ਉਹ ਵੀ ਪ੍ਰੋਪਰ ਹੱਥ ਸੈਨੀਟਾਈਜ਼ ਕਰਕੇ ਜਿਹੜਾ ਮਾਸਕ ਵਗੈਰਾ ਪਾ ਕੇ ਪੇਪਰ ਕਰਾਉਣ। ਬੱਚਿਆਂ ਨੂੰ ਵੀ ਹਦਾਇਤ ਕਰੋ। ਇੱਕ ਮੈਂ ਇਹਦੇ ਨਾਲ ਹੋਰ ਸ਼ੇਅਰ ਕਰਾਂ, ਅੱਜ ਅਸੀਂ ਜੇ ਅੱਜ ਨਾ ਕਰ ਸਕੇ ਕੱਲ ਤੱਕ ਸੂਚਨਾ ਪਾਵਾਂਗੇ ਕਿ ਜਿਹੜੇ ਬੱਚੇ ਕਿਤੇ ਕੋਵਿਡ ਅਫੈਕਟਡ ਨੇ ਘਰ 'ਚ ਬੈਠੇ ਹੋਏ, ਉਹਨਾਂ ਦੇ ਲਈ ਅਸੀਂ ਇੱਕ ਪ੍ਰੋਫਾਰਮਾ ਪਾਵਾਂਗੇ ਬੋਰਡ ਦੀ ਵੈਬਸਾਈਟ ਤੇ, ਸਕੂਲ ਲੌਗਇਨ 'ਚ ਵੀ ਪਾਵਾਂਗੇ। ਉਹ ਬੱਚਿਆਂ ਨੂੰ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਹੋਏਗੀ। ਨੰਬਰ ਦੂਸਰਾ, ਸਕੂਲ ਪਹੁੰਚਣ ਤੇ ਜੇ ਕਿਸੇ ਵਿਦਿਆਰਥੀ ਦੇ ਸਿੰਪਟਮ ਹੋਣ ਤਾਂ ਉਸ ਬੱਚੇ ਨੂੰ ਵੀ ਪ੍ਰੀਖਿਆ ਦੇਣ ਦੀ ਆਗਿਆ ਨਾ ਦਿੱਤੀ ਜਾਵੇ। ਹੱਥ ਜੋੜ ਕੇ ਬੇਨਤੀ ਕਰ ਲਈ ਜਾਵੇ ਕਿ ਉਹਨਾਂ ਦੀ ਪ੍ਰੀਖਿਆਵਾਂ ਕਦੋਂ ਹੋਣੀਆਂ ਨੇ। ਵੱਖਰੇ ਤੌਰ ਤੇ ਉਹ ਕੋਵਿਡ ਵਾਲੇ ਸਿਰ ਸਟੂਡੈਂਟ ਦੀ ਗੱਲ ਕਹਿ ਰਿਹਾ, ਉਹਦਾ ਨਾਲ ਇੱਕ ਸਰਟੀਫਿਕੇਟ ਲੈ ਕੇ ਉਹਦੀ ਅਸੀਂ ਪ੍ਰੋਪਰ ਇੱਕ ਨੀਤੀ ਬਣਾ ਕੇ ਤੁਹਾਨੂੰ ਕੱਲ ਤੱਕ ਸਕੂਲ ਲੌਗਇਨ 'ਚ ਪਾਵਾਂਗੇ ਕਿ ਕੀ ਡਾਕੂਮੈਂਟ ਚਾਹੀਦਾ, ਕਿਵੇਂ ਦੀ ਸੂਚਨਾ ਆਉਣੀ ਹੈ ਜੀ। ਮੈਂ ਇੱਕ ਤੁਹਾਡੇ ਨਾਲ ਡਾਟਾ ਅੱਜ ਹੋਰ ਸਾਂਝਾ ਕਰ ਲਵਾਂ। ਚਾਹੇ ਇਹ ਸਾਡਾ ਡਾਟਾ ਜਦੋਂ ਅਸੀਂ +2 ਦੇ ਨਤੀਜੇ ਬਣਾ ਰਹੇ ਸੀਗੇ ਉਸ ਟਾਈਮ ਤੇ ਸਾਡਾ ਪੰਜਾਬ ਸਿੱਖਿਆ ਬੋਰਡ ਵੱਲੋਂ, ਰਾਜ ਵੱਲੋਂ, ਤੁਹਾਡੇ ਵੱਲੋਂ ਕੀਤਾ ਗਿਆ ਸਹਿਯੋਗ ਜਿਹੜਾ ਸੀਗਾ ਉਹ ਇੱਕ ਡਾਟਾ ਸਾਂਝਾ ਕਰਾਂਗੇ ਜਿਹੜਾ ਬੜਾ ਐਪਰੀਸ਼ੀਏਟ ਹੋਇਆ ਸੀ। ਮਾਰਚ 21 ਦੇ ਵਿੱਚ 5ਵੀਂ ਦੀਆਂ ਕੁਝ ਵਿਸ਼ੇ ਦੀ ਪ੍ਰੀਖਿਆਵਾਂ ਹੋਈਆਂ। ਮੇਰੇ ਕੋਲ ਜਨਰਲ ਇੱਕ ਡਾਟਾ ਹੈ, 4 ਵਿਸ਼ਿਆਂ ਦੀ ਪ੍ਰੀਖਿਆ ਹੋਈ। 4 ਵਿਸ਼ਿਆਂ ਦੀ ਪ੍ਰੀਖਿਆ ਦੇ ਵਿੱਚ ਕੇਵਲ 22 ਵਿਦਿਆਰਥੀ ਕੋਵਿਡ ਨਾਲ ਜਿਹੜੇ ਅਫੈਕਟਡ ਸੀ ਜਿਨ੍ਹਾਂ ਲਿਖ ਕੇ ਭੇਜਿਆ। ਮਤਲਬ ਕਿ 4 ਦਿਨਾਂ ਵਿੱਚ ਇੱਕ ਤਰ੍ਹਾਂ 12,80,000 ਬੱਚੇ ਦੀ ਪ੍ਰੀਖਿਆ ਹੋਈ। 12,80,000 ਦੇ ਵਿੱਚ ਸਿਰਫ 22 ਬੱਚਿਆਂ ਦੀ ਪ੍ਰੀਖਿਆ ਕੋਵਿਡ ਕਰਕੇ ਨਹੀਂ ਹੋਈ। ਬੜਾ ਸਾਡਾ ਸਕਸੈਸਫੁਲ ਡਾਟਾ ਰਿਹਾ ਹੈ, ਬੜੀ ਸਕਸੈਸਫੁਲ ਬੱਚਿਆਂ ਦਾ ਯਤਨ ਰਿਹਾ ਹੈ। ਪੜ੍ਹਾਈ ਨਾਲ ਸਵਿਰਤਤਾ ਦਾ ਇੱਕ ਸਾਈਨ ਮਿਲਦਾ ਸਾਨੂੰ ਸਾਰਿਆਂ ਨੂੰ ਕਿ ਸਾਡੇ ਛੋਟੇ ਛੋਟੇ ਬੱਚੇ ਵੀ ਪ੍ਰੀਖਿਆ ਦੇਣ ਲਈ ਕਿਵੇਂ ਉਹ ਤਿਆਰ ਹੋ ਕੇ ਹਰ ਪੱਖੋਂ ਉਹਨਾਂ ਨੇ ਪ੍ਰੀਖਿਆਵਾਂ ਦਿੱਤੀਆਂ ਨੇ, ਜਿਹਦੇ ਕਾਰਨ ਨਤੀਜੇ ਤਕਰੀਬਨ 100% ਦੇ ਆਸ-ਪਾਸ 5ਵੀਂ ਦੇ ਡਿਕਲੇਅਰ ਪੰਜਾਬ ਸਿੱਖਿਆ ਬੋਰਡ ਨੇ ਰਿਟਨ ਪ੍ਰੀਖਿਆਵਾਂ ਦੇ ਬੇਸ ਤੇ ਕੀਤੇ ਨੇ। ਐਂਡ ਇਸ ਚੀਜ਼ ਨੂੰ ਭਾਰਤ ਸਰਕਾਰ ਵੱਲੋਂ ਸਪੈਸ਼ਲ ਤੌਰ ਤੇ ਇੰਡੋਰਸ ਕੀਤਾ ਗਿਆ ਸੀ। ਥੈਂਕ ਯੂ ਸਰ। ਆਲਮੋਸਟ ਜਿੰਨੀਆਂ ਕੁਐਰੀਜ਼ ਆਈਆਂ ਰਿਗਾਰਡਿੰਗ ਸੈਂਟਰਸ ਆਈਆਂ ਸੀਗੀਆਂ, ਸੈਂਟਰ 8ਵੀਂ 10ਵੀਂ 12ਵੀਂ ਦੇ ਕਿਹੜੇ ਬਣਨੇ ਨੇ, ਡਿਸੇਬਲਡ ਬੱਚਿਆਂ ਲਈ ਕਿਹੜੇ ਬਣਨੇ ਨੇ। ਇਸ ਤੋਂ ਇਲਾਵਾ ਇੱਕ ਕੁਐਰੀ ਸੀ ਕਿ ਅਦਰ ਬੋਰਡ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਅਲਾਟ ਨਹੀਂ ਹੋਏ ਤੇ ਨਾ ਹੀ ਕੋਈ ਸੈਂਟਰ ਅਲਾਟ ਹੋਏ ਨੇ ਹਜੇ ਤੱਕ। ਇਸ ਸੰਬੰਧੀ ਵੀ ਮੈਂ ਇੱਕ ਗੱਲ ਸ਼ੇਅਰ ਕਰਾਂ ਕਿ ਅਸੀਂ ਬਹੁਤ ਸੁਚੇਤ ਹੋ ਕੇ ਕੰਮ ਕਰ ਰਹੇ ਹਾਂ ਕਿ ਇੱਕ ਪਿਛਲੇ ਸਾਲ ਤੋਂ ਲਗਾਤਾਰ ਯਤਨ ਜਾਰੀ ਰੱਖੇ ਨੇ। ਅਦਰ ਬੋਰਡ ਦੇ ਬੱਚੇ ਜਦੋਂ ਆਉਂਦੇ ਨੇ ਉਹ ਲੋਅਰ ਕਲਾਸ ਦਾ ਜਿਹੜਾ ਰਿਜ਼ਲਟ ਹੁੰਦਾ ਹੈ, ਉਹਨਾਂ ਦੀ ਐਲੀਜੀਬਿਲਿਟੀ ਦਾ ਜਿਹੜਾ ਪ੍ਰਸ਼ਨ ਹੁੰਦਾ ਹੈ ਉਹ ਅੰਡਰ ਕੁਐਸਚਨ ਕਈ ਬਣਦਾ ਹੈ। ਜਦੋਂ ਆਪਣੇ ਵੱਲੋਂ ਰਾਜ ਦੇ ਪੰਜਾਬ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਹੋ ਜਾਂਦਾ ਹੈ ਤੇ ਥੱਲੇ ਵਾਲਾ ਲੋਅਰ ਰਿਕਾਰਡ ਇਨਵੈਲਿਡ ਹੋਵੇ ਤਾਂ ਉਤਲੇ ਸਰਟੀਫਿਕੇਟ ਤੇ ਸੁਭਾਵਕ ਹੈ ਕੁਐਸਚਨ ਮਾਰਕ ਹੋਣਾ ਸੁਭਾਵਕ ਬਣ ਜਾਂਦਾ ਹੈ। ਇਹਦੇ ਮੱਦੇਨਜ਼ਰ ਰੱਖਦੇ ਅਸੀਂ ਸਕਰੂਟਨੀ ਕਰਵਾ ਰਹੇ ਹਾਂ ਜਿਹੜੇ ਅਦਰ ਬੋਰਡ ਦੇ ਬੱਚੇ ਸਾਡੇ ਕੋਲ ਇਹਨਾਂ ਦੇ 8ਵੀਂ 10ਵੀਂ 12ਵੀਂ ਦੇ ਜਿਹੜੇ ਰਜਿਸਟਰਡ ਹੋਏ ਨੇ। ਅਸੀਂ ਇਸੇ ਕਰਕੇ ਉਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਅਲਾਟ ਨਹੀਂ ਅਜੇ ਤੱਕ ਕੀਤਾ। ਇੱਕ ਗੱਲ ਮੈਂ ਕਲੀਅਰ ਕਰਦਾ, ਰੀਜ਼ਨ ਕੀ ਹੈ। ਜਿਹੜਾ ਵੀ ਅਦਰ ਬੋਰਡ ਦਾ ਬੱਚਾ ਆਇਆ ਹੋਇਆ ਹੈ ਉਹਦੀ ਸਕਰੂਟਨੀ ਪ੍ਰੋਪਰ ਹੋ ਰਹੀ ਹੈ, ਸਰਟੀਫਿਕੇਟ ਦੀ ਪ੍ਰੋਪਰ ਲੋਅਰ ਰਿਕਾਰਡ ਦੀ ਹੋ ਰਹੀ ਹੈ। ਇਸੇ ਕਰਕੇ ਅਸੀਂ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤਾ। ਉਹਨਾਂ ਦੇ ਸਕੂਲ ਦਾ ਪ੍ਰੀਖਿਆ ਜਿਹੜੀ ਹੋਣੀ ਹੈ, ਜਿੱਥੇ ਉਹਨਾਂ ਸਕੂਲ ਦੇ ਬਾਕੀ ਬੱਚੇ ਬੈਠ ਰਹੇ ਨੇ ਉਸ ਦੂਜੇ ਨਾਲ ਦੇ ਲੱਗਦੇ ਸਕੂਲ ਦੇ ਵਿੱਚ, ਜਾਂ ਜੇ ਸਕੂਲ ਉਹ ਸੈਲਫ ਸੈਂਟਰ ਬਣਿਆ ਹੋਇਆ ਤਾਂ ਫਿਰ ਉੱਥੇ ਪ੍ਰੀਖਿਆ ਦੇਣਗੇ। ਉਹਦੇ ਲਈ ਰੋਲ ਨੰਬਰ ਅਸੀਂ ਤੁਹਾਨੂੰ ਜੇ ਨਹੀਂ ਮਿਲੇ ਪ੍ਰੋਵੀਜ਼ਨਲ ਰੋਲ ਨੰਬਰ ਅਸੀਂ ਜਾਰੀ ਕਰ ਦਿਆਂਗੇ। ਉਮੀਦ ਹੈ ਅੱਜ ਸ਼ਾਮ ਜਾਂ ਕੱਲ ਦੁਪਹਿਰ ਤੱਕ ਉਹਨਾਂ ਦੇ ਰੋਲ ਨੰਬਰ ਪੈ ਜਾਣਗੇ ਜੀ। ਹਾਂਜੀ ਸਰ, ਕਾਫੀ ਜ਼ਿਆਦਾ ਕੁਐਰੀਜ਼ ਜਿਹੜੀਆਂ ਨੇ ਉਹ ਸੋਲਵ ਸਰ ਵੱਲੋਂ ਕਰ ਦਿੱਤੀਆਂ ਗਈਆਂ ਨੇ। ਥੈਂਕ ਯੂ ਸਰ। ਇੱਕ ਦੋ ਜਿਹੜੀਆਂ ਹੈਗੀਆਂ ਨੇ ਕਿ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਬ੍ਰਾਂਚ ਦੇ ਵਿੱਚੋਂ ਹੀ ਦੱਸੀਆਂ ਜਾ ਸਕਦੀਆਂ ਨੇ, ਰਿਕਾਰਡ ਦੇਖ ਕੇ ਦੱਸੀਆਂ ਜਾ ਸਕਦੀਆਂ ਨੇ।
ਸੋ ਮੇਰੀ ਬੇਨਤੀ ਹੈ ਕਿ ਇੱਕ ਤਾਂ ਸਾਰੇ ਜਿਹੜੇ ਸੈਂਟਰਸ ਬਣੇ ਨੇ ਉਹਨਾਂ ਦੀ ਇਨਫੋਰਮੇਸ਼ਨ ਸਕੂਲ ਦੀ ਲੌਗਇਨ ਆਈਡੀ ਤੇ ਪਾਸ ਦਿੱਤੀ ਗਈ ਹੈ, ਸਕੱਤਰ ਕੰਡਕਟਰ ਜੀ ਵੱਲੋਂ ਦੱਸਿਆ ਗਿਆ ਜਿਵੇਂ। ਔਰ ਇਸ ਤੋਂ ਇਲਾਵਾ ਜਿਹੜੀ ਡੇਟ ਸ਼ੀਟ ਹੈ ਉਸ ਦੇ ਪਿੱਛੇ ਆਲਮੋਸਟ ਸਾਰੇ ਜ਼ਿਲ੍ਹਿਆਂ ਨਾਲ ਸੰਬੰਧਿਤ ਉਹਨਾਂ ਦੇ ਜਿਹੜੇ ਸੁਪਰਡੈਂਟਸ ਨੇ ਉਹਨਾਂ ਦੇ ਇੰਟਰਕਮ ਐਂਡ ਮੋਬਾਈਲ ਨੰਬਰ ਜਿਹੜੇ ਨੇ ਉਹ ਦਰਜ ਨੇ। ਜੇਕਰ ਤੁਹਾਡੀ ਕੋਈ ਫਰਦਰ ਕੁਐਰੀ ਹੋਵੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਜੇਕਰ ਕਿਸੇ ਲੈਵਲ ਤੇ ਸੰਪਰਕ ਨਹੀਂ ਹੁੰਦਾ ਤਾਂ ਅਸੀਂ ਤੁਹਾਡੇ ਲਈ ਹਾਜ਼ਰ ਬੈਠੇ ਹਾਂ ਜੀ। ਤੀਸਰੀ ਗੱਲ ਇਹ ਹੈ ਕਿ ਜਿਹੜੀਆਂ ਕਾਮਨ ਸੀਗੀਆਂ ਕਿ ਸੈਂਟਰ ਜਿਹੜੇ ਨੇ ਉਹ ਕੀ ਬਣਨੇ ਨੇ ਉਹ ਵੀ ਸਾਨੂੰ ਉਹਨਾਂ ਵੱਲੋਂ ਦੱਸ ਦਿੱਤਾ ਗਿਆ। ਹੋਰ ਪਾਲਿਸੀਜ਼ ਜਿਹੜੀਆਂ ਨੇ ਉਹ ਅਕੈਡਮਿਕ ਸਾਈਡ ਤੋਂ ਸਾਰੀਆਂ ਕਲੀਅਰ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਜੇ ਕੋਈ ਕੁਐਰੀ ਤੁਹਾਡੀ ਹੋਈ ਤਾਂ ਅਸੀਂ ਜਿਹੜੇ ਤੁਹਾਡੇ ਫੋਨ ਨੰਬਰ ਆ ਗਏ ਨੇ, ਮੈਸੇਜ ਆ ਗਏ ਨੇ, ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਇਹਨਾਂ ਨੂੰ ਇੱਕ ਵਾਰੀ ਫਿਰ ਜਿਹੜਾ ਫੋਨ ਤੇ ਵੀ ਜਿਹੜਾ ਉਹ ਦੱਸ ਦਿੱਤਾ ਜਾਵੇ ਤਾਂ ਜੋ ਕੋਈ ਪ੍ਰੋਬਲਮ ਨਾ ਆਏ। ਜੇ ਕਿਤੇ ਲੱਗੇਗਾ ਕਿ ਕਿਸੇ ਕੁਐਰੀ ਦਾ ਕੋਈ ਆਨਸਰ ਨਹੀਂ ਕਲੀਅਰ ਹੋਇਆ ਤਾਂ ਅਸੀਂ ਉਸ ਤੇ ਮੋਬਾਈਲ ਨੰਬਰ ਤੇ ਉਸ ਬ੍ਰਾਂਚ ਦੇ ਕੰਸਰਨਡ ਜਿਹੜਾ ਨੇ ਸਟਾਫ ਤੋਂ ਅਸੀਂ ਤੁਹਾਡੇ ਨਾਲ ਗੱਲ ਕਰਵਾ ਦਾਂਗੇ। ਕੋਈ ਹੋਰ? ਹਾਂਜੀ, ਮੈਂ ਦੋ ਗੱਲਾਂ ਹੋਰ ਸਾਂਝੀਆਂ ਕਰਨਾ ਚਾਹੁੰਦਾ ਜਿਹਦੇ ਵਿੱਚ ਮੇਰੀ ਬੇਨਤੀ ਡੀਓ ਸਾਹਿਬਾਨ ਨੂੰ ਹੈ ਕਿ ਉਹ ਕਿਰਪਾ ਕਰਕੇ ਧਿਆਨ ਨਾਲ ਇਸ ਵਿਸ਼ੇ ਨੂੰ ਸੁਣਨ। ਨੰਬਰ 1, ਤੁਹਾਡੇ ਡੀਓ ਸਾਹਿਬਾਨ ਦੀ ਕੋਈ ਕਿਊਰੀਜ਼ ਹੋਵੇ ਆਪਾਂ ਉਹਨੂੰ ਜ਼ੂਮ ਮੀਟਿੰਗ ਤੇ ਵੀ ਕਰ ਸਕਦੇ ਹਾਂ। ਕੋਆਰਡੀਨੇਟਰ ਸਾਡੇ ਅਫਸਰ ਜਿਹੜੇ ਮਨਮੀਤ ਪੱਠਲ ਬੈਠੇ ਨੇ ਇਹ ਕਰ ਲੈਣਗੇ। ਅਸੀਂ ਤੁਹਾਡੇ ਲਈ ਜਦੋਂ ਵੀ ਕਿਤੇ ਹੋਏਗਾ ਸਾਨੂੰ ਤੁਸੀਂ ਸਿਰਫ 6 ਘੰਟੇ ਪਹਿਲਾਂ ਦੱਸਣਾ ਹੈ ਕਿ ਇੱਕ ਮੀਟਿੰਗ ਦੀ ਸਰ ਹੋਣ ਦੀ ਜ਼ਰੂਰਤ ਹੈ। ਜ਼ੂਮ ਮੀਟਿੰਗ ਤੇ ਆਪਾਂ ਮੀਟਿੰਗ ਕਰਾਂਗੇ ਜਦੋਂ ਕਿ ਇਸ ਐਗਜ਼ਾਮ ਨੂੰ ਸਕਸੈਸਫੁਲ ਕਰਾਉਣ ਲਈ। ਨੰਬਰ 1। ਨੰਬਰ 2, ਮੈਂ ਸਾਂਝਾ ਗੱਲ ਕਰਾਂ ਕਿ 24 ਦਸੰਬਰ ਮਤਲਬ 23 ਨੂੰ ਤਾਂ ਆਪਣੇ ਪੇਪਰ ਟਰਨ 2 ਦੇ ਖਤਮ ਹੋਏ ਨੇ। 24 ਦਸੰਬਰ ਨੂੰ ਜਿਹੜਾ ਟੈਟ ਪ੍ਰੀਖਿਆ ਹੈ, ਟੈਟ 1 ਐਂਡ ਟੈਟ 2, ਇਹ ਜ਼ਿਲ੍ਹਾ ਹੈੱਡਕੁਆਟਰ ਤੇ ਪੇਪਰ ਲੈ ਜਾਣੇ ਨੇ। ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਉਹਦੇ ਲਈ ਡੀਓ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਸਾਡੇ ਨਾਲ ਨਿਰੰਤਰ ਇਹਦੇ ਉੱਤੇ ਲਿੰਕ 'ਚ ਰਹਿਣ, ਕਿਉਂਕਿ ਆਪਣੇ ਕੋਲ 2 ਵੱਡੀਆਂ ਟਾਸਕ ਸਰਕਾਰ ਦੀਆਂ ਆਈਆਂ ਨੇ। ਇੱਕ ਟਰਨ 1 ਪ੍ਰੀਖਿਆ ਕਰਾਉਣੀ, ਇੱਕ ਆਪਣੀ ਟੈਟ ਦੀ ਪ੍ਰੀਖਿਆ ਕਰਾਉਣੀ। ਭਾਵੇਂ ਛੋਟੀਆਂ ਹੋਰ ਵੀ ਪ੍ਰੀਖਿਆਵਾਂ ਵਿੱਚ ਹੋਈਆਂ ਨੇ। ਉਹਦੇ ਲਈ ਮੈਂ ਤੁਹਾਡਾ ਬੋਰਡ ਵੱਲੋਂ, ਰਾਜ ਸਰਕਾਰ ਵੱਲੋਂ, ਸਾਡੇ ਪੰਜਾਬ ਦਾ ਖੇਤਰ ਦੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਅੱਜ ਦੀ ਇੰਟਰੈਕਸ਼ਨ ਲਈ ਡਾਕਟਰ ਗੁਰਮੀਤ, ਸ਼੍ਰੀ ਗੁਰਪ੍ਰੇਮ ਸੈਕ ਸਕੱਤਰ, ਮਨਮੀਤ ਪੱਠਲ ਮੇਰੇ ਡਿਪਟੀ ਸੈਕਟਰੀ ਨੇ +2 ਦੇ, ਤੇ ਸਾਡੇ ਡਿਪਟੀ ਸੈਕਟਰੀ ਮੈਡਮ ਅਮਰਜੀਤ ਕੌਰ ਦਾਲਮ ਜਿਹੜੇ ਅਕੈਡਮਿਕ ਨੂੰ ਡੀਲ ਕਰ ਰਹੇ ਨੇ। ਬੇਸਿਕਲੀ ਜਿਹੜੀ ਅੱਜ ਆਪਾਂ ਨੀਤੀ ਸਾਂਝੀ ਕੀਤੀ ਅਸੀਂ ਤਾਂ ਇਹਨੂੰ ਅੱਗੇ ਤੁਹਾਡੇ ਤੱਕ ਪਹੁੰਚਾਉਣ ਵਾਲੇ ਹਾਂ। ਬੈਕ ਜਿਹੜੀ ਸਾਡੀ ਹੈ, ਜਿਵੇਂ ਇੱਕ ਫਿਲਮ ਬਣਦੀ ਹੈ ਤੇ ਫਿਲਮ ਦੇ ਪਿੱਛੇ ਕੁਝ ਵਾਪਰਦਾ ਹੈ, ਸਾਰਾ ਕੁਝ ਹੁੰਦਾ ਹੈ, ਉਹ ਮੈਡਮ ਅਮਰਜੀਤ ਕੌਰ ਦਾਲਮ ਹੋਰੀ ਕਰਾਉਣ ਵਾਲੇ ਨੇ। ਸਪੈਸ਼ਲ ਸ਼ੁਕਰੀਆ ਮੈਡਮ ਅਮਰਜੀਤ ਕੌਰ ਦਾਲਮ ਤੁਹਾਡਾ ਸਾਰਿਆਂ ਦਾ। ਐਂਡ ਸਾਡੇ ਖੇਤਰ ਤੋਂ ਜਿੰਨੇ ਵੀ ਸਾਡੇ ਮੁਖੀ ਸਾਹਿਬਾਨ ਸਾਡੇ ਨਾਲ ਜੁਆਇਨ ਕੀਤੇ ਨੇ ਉਹਨਾਂ ਦਾ ਵੀ ਸ਼ੁਕਰੀਆ। ਟਾਈਮ ਚੰਕ ਸਾਨੂੰ 9 ਤੋਂ 10 ਤਾਂ ਮਿਲਿਆ ਸੀਗਾ ਕਿਉਂਕਿ ਤੁਹਾਨੂੰ ਸਵੇਰੇ ਸਾਰਿਆਂ ਨੂੰ ਅਸੀਂ ਤਕਲੀਫ ਦਿੱਤੀ ਹੈ, ਤੇ ਉਹਦੇ ਲਈ ਵਿਸ਼ੇਸ਼ ਤੌਰ ਤੇ ਇਸ ਤਕਲੀਫ ਸਹਿਣ ਲਈ ਸ਼ੁਕਰੀਆ, ਤੁਹਾਡੇ ਸਹਿਯੋਗ ਲਈ ਸ਼ੁਕਰੀਆ। ਜੈ ਹਿੰਦ।